ਤਾਂ ਅੱਜ ਮੀਟਿੰਗ ਦੇ ਵਿੱਚ ਜੋ ਕੁਝ ਗੱਲਾਂ ਬਾਤਾਂ ਹੋਈਆਂ ਨੇ ਔਰ ਉਸ ਤੇ ਜੋ ਪ੍ਰਤੀਕਰਮ ਆਏ ਨੇ ਅਸੀਂ ਤੁਹਾਨੂੰ ਸੁਣਾਏ। ਡਾਕਟਰ ਸੁੱਖੀ ਔਰ ਅਨਿਲ ਸਰੀਨ ਸਾਹਿਬ ਜੁੜੇ ਹੋਏ ਨੇ। ਡਾਕਟਰ ਸਾਹਿਬ, ਕੀ ਮਤਲਬ ਕੀ ਹੈ ਅਕਾਲੀ ਦਲ ਦੇ ਇਹਨਾਂ ਬਿਆਨਾਂ ਦਾ, ਮਾਇਨੇ ਕੀ ਨੇ, ਕਿਉਂ ਅੱਜ ਅਚਾਨਕ ਇੱਕਦਮ ਬੀਜੇਪੀ ਤੇ ਹਮਲਾਵਰ ਹੋ ਗਏ? ਤੁਹਾਡੇ ਪੁਰਾਣੇ ਭਾਈਵਾਲ ਨੇ ਇੰਨੇ ਚਿਰ ਦੇ। ਸ਼੍ਰੋਮਣੀ ਅਕਾਲੀ ਦਲ ਕੋਈ ਕਿਸੇ ਤੇ ਹਮਲਾਵਰ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀਆਂ ਵੀ ਪਾਰਟੀਆਂ, ਬੇਸ਼ੱਕ ਉਹ ਬੀਜੇਪੀ ਹੋਵੇ, ਬੇਸ਼ੱਕ ਉਹ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ ਜੀ, ਉਹ ਇਹ ਚਾਹੁੰਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦਾ ਔਰਾ ਬਹੁਤ ਵੱਡਾ ਔਰਾ ਆ ਜੀ, ਔਰ ਮੈਂ ਸਮਝਦਾ ਕਿ ਸਾਰੀਆਂ ਪਾਰਟੀਆਂ ਉਹਨਾਂ ਨੂੰ ਇਸ ਗੱਲ ਦੇ ਤੁਰੀਆਂ ਕਿ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ। ਔਰ ਕੁਝ ਲੋਕ ਸਾਡੀ ਪਾਰਟੀ ਦੇ ਵੀ ਉਹਨਾਂ ਦੀ ਗੱਲਾਂ ਜ਼ਰੂਰ ਆਏ ਹੋਣਗੇ। ਮੈਂ ਸਮਝਦਾ ਕਿ ਇਹ ਪਾਰਟੀਆਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਚੜ੍ਹਦੀ ਕਲਾ 'ਚ ਰਹੇਗਾ ਔਰ ਆਉਣ ਵਾਲੇ ਸਮੇਂ 'ਚ ਇਹ ਦੱਸੇਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਅੱਗੇ ਵਧੇ ਹਾਂ ਔਰ ਸਰਕਾਰ ਵੀ ਬਣਾਵਾਂਗੇ। ਮੈਂ ਸਮਝਦਾ ਕਿ ਜਿੰਨੀਆਂ ਵੀ ਅੱਜ ਜਿਹੜੀਆਂ ਪੰਜਾਬ ਨੂੰ ਕਮਜ਼ੋਰ ਕਰਨ ਵਾਲੀਆਂ ਚਾਹੁੰਦੀਆਂ ਕਿ ਪੰਜਾਬ ਕਮਜ਼ੋਰ ਹੋਵੇ, ਔਰ ਉਹਦੇ ਵਿੱਚ ਪੰਜਾਬ ਉਸ ਵੇਲੇ ਕਮਜ਼ੋਰ ਹੁੰਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ। ਕਿਉਂਕਿ ਜੇ ਪੰਜਾਬੀਆਂ ਦੀ ਕੋਈ ਰੀਜਨਲ ਪਾਰਟੀ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੈ, ਪੰਜਾਬ ਦੀ ਗੱਲ ਕਰਦੀ ਹੈ, ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਆ। ਤੇ ਬਾਕੀ ਸਾਰੇ ਹੀ ਇੱਥੇ ਕੁਝ ਹੋਰ ਗੱਲ ਕਰਦੇ, ਦਿੱਲੀ ਜਾ ਕੇ ਕੁਝ ਹੋਰ ਗੱਲ ਕਰਦੇ। ਆਪਾਂ ਸਰੀਨ ਸਾਹਿਬ ਤੋਂ ਪ੍ਰਤੀਕਰਮ ਲੈ ਲੈਂਦੇ ਹਾਂ। ਸਰੀਨ ਸਾਹਿਬ, ਤੁਹਾਨੂੰ ਕੀ ਇਤਰਾਜ਼ ਹੈ ਜੇ ਸੁਖਬੀਰ ਬਾਦਲ ਪ੍ਰਧਾਨ ਬਣੇ ਰਹਿੰਦੇ ਹੈ ਜਾਂ ਨਹੀਂ ਰਹਿੰਦੇ? ਬੀਜੇਪੀ ਨੂੰ ਇਸ ਨਾਲ ਕੀ ਸਰੋਕਾਰ ਹੈ? नहीं पर बराड़ साहब मैनू ये दसो जी कि ਅਸੀਂ ਕੀ ਲੈਣਾ ਅਕਾਲੀ ਦਲ ਦੀ ਇੰਟਰਨਲ ਪੋਲਿਟਿਕਸ ਤੋਂ? ਵਿਰੋਧ ਕਰ ਰਹੇ ਨੇ ਉਹਨਾਂ ਦੇ ਅੰਦਰ ਦੇ ਲੋਕ। ਜੇ ਝੁੰਡਾ ਕਮੇਟੀ ਦੀ ਜੋ ਸੋ ਕਾਲਡ ਰਿਪੋਰਟ ਦੀ ਗੱਲ ਕਰਦੇ ਹੋ, ਜੇ ਬਣਾਈ ਹੈ ਤੇ ਉਹਨਾਂ ਨੇ ਬਣਾਈ ਹੈ, ਉਹ ਚ ਕੀ ਲਿਖਿਆ ਕੀ ਨਹੀਂ ਲਿਖਿਆ ਇਹ ਅਕਾਲੀ ਦਲ ਦੇ ਲੋਕ ਜਾਣਦੇ ਨੇ। ਅਸੀਂ ਉਹਦੇ ਤੋਂ ਕੀ ਲੈਣਾ? ਇਹ ਫਰਕ ਸਿਰਫ ਇੰਨਾ ਹੈਗਾ। ਨਹੀਂ, ਪਰ ਉਹ ਤਾਂ ਕਹਿੰਦੇ ਬੀਜੇਪੀ ਕਮਜ਼ੋਰ ਕਰ ਰਹੀ ਹੈ, ਸਾਡੇ ਬੰਦਿਆਂ ਨੂੰ ਪੱਟ ਰਹੀ ਹੈ। ਇੱਕ ਮੈਂ ਦੱਸ ਰਿਹਾ, ਮੈਨੂੰ ਇੱਕ ਚੀਜ਼ ਦੱਸੋ, ਸਾਡੇ ਜੇ ਸਾਡਾ ਉਹਦੇ ਨਾਲ ਕੋਈ ਇੱਕ ਮਿੰਟ ਲਈ ਮੰਨ ਲਵਾਂ ਕੋਈ ਅੱਟੀ ਸੱਟੀ ਹੁੰਦੀ ਅਲਿਆਲੀ ਨਾਲ, ਤੇ ਅਲਿਆਲੀ ਸਾਹਿਬ ਸਾਡੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਵੋਟ ਕਰਨ ਤੋਂ ਮਨਾ ਕਰ ਦੇ। ਮਤਲਬ ਸੋਚ ਦੇਖੋ ਇਹਨਾਂ ਦੀ, ਆਪਣੀਆਂ ਕਮੀਆਂ, ਆਪਣੀਆਂ ਨਲਾਇਕੀਆਂ ਉਹਨੂੰ ਬੀਜੇਪੀ ਦੇ ਖਾਤੇ ਪਾਉਂਦੇ ਪਏ ਆ। ਬਈ ਤੁਸੀਂ ਪ੍ਰਧਾਨਗੀ ਤੁਸੀਂ ਨਹੀਂ ਕਰ ਪਾ ਰਹੇ, ਲੀਡਰਸ਼ਿਪ ਤੁਸੀਂ ਨਹੀਂ ਦੇ ਪਾ ਰਹੇ, ਤੁਹਾਡਾ ਕੈਡਰ ਤੁਹਾਡੇ ਤੋਂ ਵਿਮੁਖ ਹੋ ਰਿਹਾ, ਲੋਕ ਤੁਹਾਡੇ ਤੋਂ ਵਿਮੁਖ ਹੋ ਰਹੇ ਆ, ਤੇ ਬੀਜੇਪੀ ਨੂੰ ਕਾਹਲੀ ਕਹਿਣਾ? ਆਪਣੇ ਆਪ ਨੂੰ ਸੁਧਾਰੋ। ਅਸੀਂ ਸਾਡਾ ਕੀ ਲੈਣਾ ਅਕਾਲੀ ਦਲ ਤੋਂ? ਸਾਡਾ ਹੋ ਗਿਆ ਵਿਛੋੜਾ। ਅਸੀਂ 23 ਸੀਟਾਂ ਦੇ ਉੱਤੇ ਸਮਝੌਤਾ ਕਰਕੇ ਇੰਨੇ ਸਾਲ ਇਹਨਾਂ ਨਾਲ ਕੱਟੀ। ਆਪਣਾ ਜਿੱਥੇ ਅਸੀਂ ਵੱਧ ਸਕਦੇ ਸੀ ਅਸੀਂ ਆਪਣੇ ਆਪ ਨੂੰ ਰੋਕ ਕੇ ਰੱਖਿਆ, ਸਿਰਫ ਪੰਜਾਬ ਦੇ ਹਿੱਤ ਵਾਸਤੇ ਰੱਖਿਆ। ਜੇ ਨਿਕਲੇ ਐਨਡੀਏ ਤੋਂ ਤੇ ਆਪ ਨਿਕਲੇ ਨੇ, ਅਸੀਂ ਤਾਂ ਨਹੀਂ ਇਹਨਾਂ ਨੂੰ ਕਿਹਾ ਬਾਹਰ ਜਾਓ। ਔਰ ਅੱਜ ਜੇ ਇਹਨਾਂ ਦਾ ਆਪਣੇ ਅਕਾਲੀ ਦਲ ਦੇ ਨੇਤਾ ਇੱਕ ਪਰਿਵਾਰਿਕ ਰੂਲ ਦੇ ਅਗੇਂਸਟ ਖੜੇ ਹੁੰਦੇ ਨੇ ਕਿ ਵੀ ਕਦ ਤੱਕ ਅਸੀਂ ਬੋਝ ਢੋਵਾਂਗੇ, ਤੇ ਇਹਦੇ ਚ ਬੀਜੇਪੀ ਦਾ ਕਾਹਦਾ ਕਸੂਰ ਹੋਇਆ ਜੀ? ਆਪਾਂ ਹਰ ਗੱਲ ਤੇ ਆਪਣੀ ਗਲਤੀ ਛੁਪਾਉਣ ਵਾਸਤੇ ਬੀਜੇਪੀ ਨੂੰ ਬਲੇਮ ਕਰਦੀ ਹੈ। ਮੈਂ ਨਹੀਂ ਸਮਝਦਾ ਕਿ ਕੋਈ ਸਿਆਣੀ ਪੋਲਿਟਿਕਸ ਦੀ ਗੱਲ ਹੈ। ਤੁਸੀਂ ਤੁਹਾਡੇ ਘਰ ਦਾ ਮਾਮਲਾ ਹੈ, ਕਿਉਂਕਿ ਸਾਹਿਬ ਦਾ ਤੁਹਾਡੇ ਘਰ ਦਾ ਮਾਮਲਾ, ਤੁਸੀਂ ਸੰਭਾਲੋ ਉਹਨੂੰ, ਅਸੀਂ ਕੀ ਲੈਣਾ ਉਹਦੇ ਤੋਂ? ਡਾਕਟਰ ਸਾਹਿਬ ਤਾਂ ਆਪਣਾ ਜਿਹੜਾ ਘੜਿਆ ਘੜਾਇਆ ਜਵਾਬ ਦਿੰਦੇ ਆ, ਸਾਡਾ ਕੋਈ ਸਰੋਕਾਰ ਨਹੀਂ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਛੱਡੀ ਆ, ਉਹ ਇਸ ਕਰਕੇ ਛੱਡੀ ਆ ਕਿ ਕਿਸਾਨਾਂ ਦੇ ਨਾਲ ਜੋ ਧੱਕਾ ਬੀਜੇਪੀ ਨੇ ਕੀਤਾ, ਜੇ 700-800 ਕਿਸਾਨ ਸ਼ਹੀਦ ਹੋਏ, ਇਹ ਸਿਰਫ ਤੇ ਸਿਰਫ ਬੀਜੇਪੀ ਦੀ। ਚਲੋ ਆਪਾਂ ਤਾਂ ਹੁਣ ਦੀ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਨਾ ਇਸ ਵੇਲੇ ਡਾਕਟਰ ਸੁੱਖੀ। ਡਾਕਟਰ ਸਾਹਿਬ, ਆਪਾਂ ਹੁਣ ਦੀ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ। ਔਰ ਜੇ ਆਪਾਂ ਅੰਕੜੇ ਦੇਖੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਕਾਂਗਰਸ ਦੇ ਬੰਦੇ ਤੇ ਬਹੁਤ ਪੱਟੇ ਨੇ, ਪਰ ਅਕਾਲੀ ਦਲ ਦੇ ਔਨ ਰਿਕਾਰਡ ਨਹੀਂ ਪੱਟੇ ਸਾਹਮਣੇ। ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਚਲੋ ਤੁਸੀਂ ਕਹਿਤੀ, ਪਰ ਮੈਂ ਇਹ ਗੱਲ ਕਹਿਣਾ ਕਿ ਜੇ ਅੱਜ ਜੋ ਮੈਂ ਉਸ 13 ਮੈਂਬਰੀ ਕਮੇਟੀ ਦਾ ਮੈਂਬਰ ਆ, ਜਿਹੜੀ ਝੁੰਦਾ ਕਮੇਟੀ ਸੀ, ਸਰਦਾਰ ਉਹਨਾਂ ਦੇ ਝੁੰਦਾ ਸਾਹਿਬ ਦੀ ਅਗਵਾਈ ਚ ਬਣੀ ਸੀ, ਉਹਦਾ ਮੈਂ ਮੈਂਬਰ ਆ। ਠੀਕ ਹੈ। ਕਿਤੇ ਵੀ ਇਹ ਗੱਲ ਨਹੀਂ ਆਈ ਕਿ ਪ੍ਰਧਾਨ ਬਦਲਣਾ ਚਾਹੀਦਾ। ਉਹ 13 ਦੀ ਸਹਿਮਤੀ ਸੀ, ਉਹਦੇ ਵਿੱਚ ਮਨਪ੍ਰੀਤ ਇਆਲੀ ਜੀ ਦੀ ਵੀ ਸਹਿਮਤੀ ਸੀ, ਉਹਦੇ ਵਿੱਚ ਬਡਾਲਾ ਸਾਹਿਬ ਦੀ ਵੀ ਸਹਿਮਤੀ ਸੀ। ਜਿੰਨੇ ਵੀ 13 ਦੇ 13 ਮੈਂਬਰਾਂ ਨੇ ਰਲ ਕੇ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਸੀ। ਔਰ ਮੈਂ ਸਮਝਦਾ ਕਿ ਇਹ ਜਿਹੜੀ ਕਮੇਟੀ ਦੀ ਰਿਪੋਰਟ ਸੀ, ਇਹ ਗੱਲਾਂ ਤੇ ਡਾਕਟਰ ਸਾਹਿਬ ਵਿਦ ਇਨ ਪਾਰਟੀ ਉੱਠੀਆਂ ਨੇ, ਇਹ ਕਿਸੇ ਨੇ ਬਾਹਰੋਂ ਤੇ ਨਹੀਂ ਉਠਾਈਆਂ। ਕਿੱਥੇ ਬਰਾੜ ਸਾਹਿਬ ਕਿੱਥੋਂ ਉੱਠੀ ਆ?
ਅਸੀਂ ਅੱਜ ਵੀ ਉੱਥੇ ਜਿੰਨੇ ਪ੍ਰਧਾਨ ਐਕਟਿੰਗ ਪ੍ਰਧਾਨ ਕਿਉਂਕਿ ਪਾਰਟੀ ਦਾ ਢਾਂਚਾ ਸਾਰਾ ਭੰਗ ਆ, ਜਿੰਨੇ ਵੀ ਜ਼ਿਲ੍ਹਿਆਂ ਦੇ ਪ੍ਰਧਾਨ ਬੁਲਾਏ ਉਹਦੇ ਵਿੱਚ 100% ਬੰਦਿਆਂ ਨੇ ਹਾਜ਼ਰੀ ਭਰੀ ਜੀ। ਅੰਦਰੋਂ ਉੱਠਦੀ ਕੱਲ ਨੂੰ ਸਾਡੀ ਮੀਟਿੰਗ, ਕੱਲ ਜਿਹੜੇ ਐਮਐਲਏ ਸਾਬਕਾ ਐਮਐਲਏ ਔਰ ਉਹਨਾਂ ਸਾਰਿਆਂ ਦੀਆਂ ਮੀਟਿੰਗਾਂ ਨੇ। ਹਾਂਜੀ ਮੀਟਿੰਗ ਉਹਨਾਂ ਸਾਡੀ ਕੱਲ ਮੀਟਿੰਗ ਆ, ਕੱਲ ਵੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਕਿ 100% ਲੋਕ ਉੱਤੇ ਹਾਜ਼ਰ ਹੋਣਗੇ। ਇਹ ਤਾਂ ਕੁਝ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਇੰਨਾ ਕੁ ਚੁੱਕ ਦਿੱਤਾ ਵੀ ਸਰਦਾਰ ਫਿਰ ਜਿੰਨਾ ਕੁਝ ਲੋਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਡਾਕਟਰ ਸਾਹਿਬ, ਫਿਰ ਉਹਨਾਂ ਦੇ ਖਿਲਾਫ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ? ਦੇਖੋ ਜਦੋਂ ਉਹਨਾਂ ਨੂੰ ਇੱਕ ਵਾਰੀ ਦੇਖੋ ਹਰਕ ਨੂੰ ਜਿਹੜੀ ਇੱਕ ਕਮੇਟੀ ਬਣੀ ਹੈ ਜੀ, ਉਹਨਾਂ ਨੇ ਉਸ ਨੂੰ ਬਣਾ ਲਿਆ। ਇਹ ਕਮੇਟੀ ਦਾ ਪਹਿਲਾਂ ਇੱਕ ਝੁੰਦਾ ਕਮੇਟੀ ਦੀ ਰਿਕਮੈਂਡੇਸ਼ਨ ਸੀ ਕਿ ਇੱਕ ਅਨੁਸ਼ਾਸਨੀ ਕਮੇਟੀ ਬਣਾਈ ਜਾਵੇ। ਜਿੱਦੋਂ ਬਣੀ ਉਦੋਂ ਹੀ ਕਹਿੰਦਾ ਮਤਲਬ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਇਹਦੀ ਲੋੜ ਕੀ ਸੀ। ਦੇਖੋ ਅੱਜ ਕਲੀਅਰ ਕੱਟ ਜੋ ਮੈਂ, ਕਿਉਂਕਿ ਮੈਂ ਉੱਥੇ ਗਿਆ ਨਹੀਂ। ਤੁਸੀਂ ਮੈਂ ਡਾਕਟਰ ਸਾਹਿਬ ਤੁਹਾਡੇ ਤੋਂ ਜਮਾਂ ਸਿੱਧੀ ਗੱਲ ਪੁੱਛਦਾ, ਜਮਾਂ ਸਿੱਧੀ ਗੱਲ, ਤੁਸੀਂ ਜਵਾਬ ਵੀ ਸਿੱਧਾ ਦਿਓ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਜਿਹੜੇ ਲੋਕ ਵੱਖਰੇ ਤੌਰ ਤੇ ਮੀਟਿੰਗਾਂ ਕਰ ਰਹੇ ਨੇ ਜਾਂ ਜਿਹੜੀਆਂ ਤੁਹਾਡੇ ਬਾਗੀ ਆਵਾਜ਼ਾਂ ਜਿਹਨੂੰ ਅਸੀਂ ਮੀਡੀਆ ਦੀ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਵੀ ਉੱਠ ਰਹੀਆਂ ਨੇ, ਉਹਨਾਂ ਨੂੰ ਬੀਜੇਪੀ ਦੀ ਬੈਕ ਹੈ, ਇਹ ਕਹਿਣਾ ਚਾਹ ਰਹੇ ਹੋ? ਨਹੀਂ ਮੈਂ ਇਹ ਨਹੀਂ ਕਹਿ ਰਿਹਾ। ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਅਬਲੇ ਤਾਂ ਬਾਗੀ ਸੁਰਾਂ ਕੋਈ ਹੈ ਨਹੀਂ। ਅੱਜ ਵੀ ਕਹਿੰਦਾ ਥੋੜੇ ਦਿਨ ਪਹਿਲਾਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹੀ ਗੱਲ ਕਹੀ ਹੈ ਵੀ ਜਿਹਨੇ ਕਹਿਣੀ ਹੈ ਆ ਕੇ ਅੰਦਰ ਬਹਿ ਕੇ ਪਾਰਟੀ ਦੇ ਬੰਦ ਕਮਰੇ 'ਚ ਬਹਿ ਕੇ ਆਪਾਂ ਇੱਕ ਦੂਜੇ ਦੀ ਗੱਲ ਕਰੀਏ। ਜੇ ਪਾਰਟੀ ਨੂੰ ਅੱਗੇ ਲਿਜਾਣਾ ਚਾਹੁੰਦੇ ਆਪਾਂ ਤਾਂ ਅੰਦਰ ਬੈਠ ਕੇ ਗੱਲ ਕਰੀਏ। ਜਿਹੜੇ ਲੋਕ ਪਾਰਟੀ ਤੋਂ ਬਾਹਰ ਅੰਦਰ ਬੈਠਣ ਦੀ ਬਜਾਏ ਲੋਕਾਂ 'ਚ ਹੱਲਾ ਗੋਲਾ ਕਰਦੇ ਆ, ਉਹ ਪਾਰਟੀ ਦੀ ਬਿਹਤਰੀ ਲਈ ਕੰਮ ਨਹੀਂ ਕਰ ਰਹੇ। ਮੈਂ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਮਸ਼ਵਰਾ ਦਊਂਗਾ ਕਿ ਚਲੋ ਉਹ ਤਾਂ ਵਿਦਿਨ ਪਾਰਟੀ ਤੁਹਾਡਾ ਇੰਟਰਨਲ ਮਸਲਾ ਹੈ। ਜੇ ਬੀਜੇਪੀ ਨਹੀਂ, ਤੁਸੀਂ ਕਹਿ ਰਹੇ ਹੋ ਕਿ ਨਹੀਂ ਬੀਜੇਪੀ, ਮਗਰ ਫਿਰ ਬੀਜੇਪੀ ਨਾਲ ਰੌਲਾ ਕੀ ਹੈ? ਨਹੀਂ ਸਾਡਾ ਬੀਜੇਪੀ ਨਾਲ ਕੋਈ ਰੌਲਾ ਹੀ ਨਹੀਂ। ਬੀਜੇਪੀ ਨਾਲ ਸਾਡਾ ਕੀ ਰੌਲਾ? ਸਾਡੀ ਸ਼੍ਰੋਮਣੀ ਅਕਾਲੀ ਦਲ ਵੱਖਰੀ ਪਾਰਟੀ, ਇਹਨਾਂ ਦੀ ਆਪਣੀ ਵੱਖਰੀ ਪਾਰਟੀ। ਇਹਨਾਂ ਦਾ ਇਹ ਗੱਲ ਵੱਖਰੀ ਹੈ ਕਿ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜੇ ਸਾਡੇ ਪਾਰਟੀ ਦੇ ਇਦਾਂ ਦੇ ਜਿਹੜੇ ਲੀਡਰ ਜਿਹੜੇ ਮਾੜੇ ਮੋੜੇ ਕੰਨਾਂ ਦੇ ਕੱਚੇ ਆ, ਉਹਨਾਂ ਨੂੰ ਫੋਨ ਜ਼ਰੂਰ ਕਰਦੇ ਆ ਕਿਉਂਕਿ ਇਹਦਾ ਮਕਸਦ ਕੀ ਹੁੰਦਾ। ਪਰ ਇਹਨਾਂ ਦਾ ਅਜੇ ਤੱਕ ਗੱਲ ਤੇ ਉਹੀ ਹੋ ਗਈ ਨਾ ਜੀ। ਫਿਰ ਗੱਲ ਤੇ ਡਾਕਟਰ ਸਾਹਿਬ ਉਹੀ ਹੋ ਗਈ, ਚੱਲ ਗਏ, ਅਕਾਲੀ ਦਲ ਨਹੀਂ ਗਿਆ। ਫਿਰ ਗੱਲ ਤੇ ਉਹੀ। ਸਰੀਨ ਸਾਹਿਬ ਜਵਾਬ ਦੇ ਦਿਓ। ਤੁਸੀਂ ਜਿਹੜੇ ਬੰਦੇ ਥੋੜੇ ਬਹੁਤ ਹਿਲਦੇ ਚੁਲਦੇ ਆ, ਜਿਵੇਂ ਪੰਜਾਬੀ ਭਾਸ਼ਾ 'ਚ ਕਹਿ ਦਿੰਦੇ ਆ ਵੀ ਉਹਨਾਂ ਨੂੰ ਉਂਗਲਾਂ ਲਾਉਣੇ ਹੋ। ਬੀਜੇਪੀ ਦੀ ਇਹ ਫਰਸਟ੍ਰੇਸ਼ਨ ਆ ਕਿ ਉਹਨਾਂ ਨੂੰ ਅਕਾਲੀ ਦਲ ਭੰਨਣ 'ਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲ ਰਹੀ। ਜ਼ਿਆਦਾਤਰ ਲੋਕ ਜਿਹੜੇ ਆ ਉਹ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ, ਅਕਾਲੀ ਦਲ ਦੇ ਨਾਲ ਉਹ ਸਦਾ ਰਹਿਣਗੇ। ਜਵਾਬ ਲੈ ਲਈਏ ਸਰੀਨ ਸਾਹਿਬ ਤੋਂ। ਹਾਂਜੀ ਵਿਜੇ ਜੀ, ਮੇਰਾ ਜਵਾਬ ਤੇ ਡਾਕਟਰ ਸਾਹਿਬ ਨੇ ਆਪ ਹੀ ਦੇਤਾ ਕਿ ਬੀਜੇਪੀ ਦਾ ਕੋਈ ਇਹਦੇ 'ਚ ਰੋਲ ਨਹੀਂ ਹੈਗਾ। ਡਾਕਟਰ ਸਾਹਿਬ ਬੜੇ ਸਿਆਣੇ ਨੇ, ਸੁਲਝੇ ਨੇ, ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਵਾਂ। ਔਰ ਇਹਨਾਂ ਨੇ ਆਪ ਹੀ ਕਹਿਤਾ ਕਿ ਚਲੋ ਅੱਜ ਮੀਟਿੰਗਾਂ ਹੋਈਆਂ, ਉਹਦੇ 'ਚ ਬਿਆਨ ਆਏ ਨੇ। ਮਨਜਿੰਦਰ ਸਿਰਸਾ ਦਾ ਉਹਨਾਂ ਨੇ ਜ਼ਿਕਰ, ਇੱਕ ਸੈਕਿੰਡ ਸਰੀਨ ਸਾਹਿਬ, ਮਨਜਿੰਦਰ ਸਿਰਸਾ ਦਾ ਜ਼ਿਕਰ ਹੋਇਆ। ਸਿਰਸਾ ਸਾਹਿਬ ਜੁੜੇ, ਉਹਨਾਂ ਨੇ ਸਿਰੇ ਤੋਂ ਨਕਾਰਤਾ। ਉਹਨਾਂ ਨੇ ਆਪਣੀ ਇੱਕ ਵੀਡੀਓ ਮੈਸੇਜ ਵੀ ਭੇਜਿਆ, ਆਪਣੀ ਬਾਈਟ ਭੇਜੀ ਕਿ ਮੈਂ ਕਦੇ ਮਨਪ੍ਰੀਤ ਯਾਲੀ ਨੂੰ ਨਹੀਂ ਮਿਲਿਆ ਔਰ ਇਹ ਬੇਬੁਨਿਆਦ ਗੱਲਾਂ ਨੇ। ਇਹ ਮਨਜਿੰਦਰ ਸਿਰਸਾ ਹੋਰਾਂ ਨੇ ਅੱਜ ਕਲੀਅਰ ਕੀਤਾ ਹੈ ਸ਼ਾਮ ਨੂੰ ਜਦੋਂ ਅਕਾਲੀ ਦਲ ਦੀ ਸਟੇਟਮੈਂਟ ਆਈ ਹੈ। ਪਰ ਹੁਣ ਜਿਵੇਂ ਡਾਕਟਰ ਸਾਹਿਬ ਕਹਿ ਹੀ ਰਹੇ ਨੇ ਕਿ ਇਹ ਉਹਨਾਂ ਬੰਦਿਆਂ ਨੂੰ ਜਿਹੜੀਆਂ ਵਰਖਲਾਫ ਆਵਾਜ਼ਾਂ ਨੇ ਉਹਨਾਂ ਨੂੰ ਹਲਾਸ਼ੇਰੀ ਦਿੰਦੇ ਆ। ਮੈਨੂੰ ਵਿਜੇ ਜੀ, ਮੈਂ ਪਹਿਲਾਂ ਕਹਿ ਰਿਹਾ ਕਿ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ। ਅੰਦਰੋਂ ਅਕਾਲੀ ਦਲ ਜੇ ਕਮਜ਼ੋਰ ਹੋ ਰਿਹਾ ਹੈ, ਉਹਦੀਆਂ ਆਵਾਜ਼ਾਂ ਬਾਹਰ ਨਿਕਲ ਰਹੀਆਂ ਨੇ। ਲੋਕਾਂ ਨੂੰ ਜਿਹੜੇ ਉਹਦੇ ਨੇਤਾ ਨੇ ਉਹਨਾਂ ਨੂੰ ਆਪਣਾ ਭਵਿੱਖ ਅੱਗੇ ਨਹੀਂ ਦਿਖਦਾ ਪਿਆ, ਤੇ ਉਹਨਾਂ ਦਾ ਇੰਟਰਨਲ ਮਾਮਲਾ ਹੈ ਨਾ। ਅਸੀਂ ਕੀ ਲੈਣਾ ਉਹਦੇ ਤੋਂ? ਕੌਣ ਅਕਾਲੀ ਦਲ 'ਚ ਹੈਗਾ, ਕੌਣ ਉਹਦੇ ਬਗਾਵਤ ਕਰਦਾ, ਕੌਣ ਕਿਸੇ ਨੂੰ ਕੀ ਕਹਿੰਦਾ? ਬੀਜੇਪੀ ਨੇ ਕੀ ਲੈਣਾ ਉਹਦੇ ਚੋਂ? ਬੀਜੇਪੀ ਆਪਣਾ ਕੰਮ ਅੱਗੇ ਵਧਾ ਰਹੀ ਹੈ। ਅਸੀਂ ਸਾਰੀਆਂ ਸੀਟਾਂ ਤੇ ਆਪਣੀ ਤਿਆਰੀ ਕਰ ਰਹੇ, 13 ਲੋਕ ਸਭਾ ਦੀਆਂ। ਸਾਡੇ ਕੋਲ ਇਹਨਾਂ ਫਾਲਤੂ ਗੱਲਾਂ ਵਾਸਤੇ ਟਾਈਮ ਹੀ ਹੈ ਨਹੀਂਗਾ। ਨੰਬਰ 2, ਅੰਦਰ ਖਾਤੇ ਇਹ ਤੇ ਹੁੰਦਾ ਨਾ ਸਰੀਨ ਸਾਹਿਬ, ਕਿਸੇ ਪਾਰਟੀ ਤੋਂ ਨੇਤਾ ਨਾਰਾਜ਼ ਹੈ ਤਾਂ ਫਿਰ ਉਹਨੂੰ ਆਪਦੇ ਵੱਲੋਂ ਖਿੱਚ ਲਿਆ ਜਾਵੇ। ਪਾਰਟੀਆਂ ਆਮ ਤੌਰ ਤੇ ਅਮੂਮਨ ਐਸੀ ਕੋਸ਼ਿਸ਼ ਕਰਦੀਆਂ ਹੀ ਨੇ। ਤੁਸੀਂ ਕਾਂਗਰਸ ਦੇ ਬੰਦੇ ਜਿਹੜੇ ਵਿੱਚ ਰਲਾਏ, ਉਹਨਾਂ ਤੋਂ ਕੀ ਲੈਣਾ ਦੇਣਾ ਸੀਗਾ? ਫਿਰ ਉਹ ਬੰਦੇ ਕਿਉਂ ਰਲਾਏ ਗਏ? ਕਿਉਂਕਿ ਉਹ ਆਪਦੀ ਪਾਰਟੀ ਤੋਂ ਨਾਰਾਜ਼ ਸੀ, ਤੁਸੀਂ ਆਫਰ ਦਿੱਤੀ, ਉਹ ਆ ਗਏ। ਮੈਂ ਹੁਣ ਦੱਸਾਂ। ਨਹੀਂ ਬਰਾੜ ਸਾਹਿਬ, ਮੈਨੂੰ ਇੱਕ ਚੀਜ਼ ਦੱਸੋ, ਇਹਦਾ ਮਤਲਬ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਔਰ ਇੰਨਾ ਡਰ ਗਿਆ ਕਿ ਉਹਦੇ ਲੋਕ ਉਹਨੂੰ ਛੱਡ ਕੇ ਜਾਣ ਨੂੰ ਤਿਆਰ ਹੋ ਗਏ। ਇਹਦਾ ਮਤਲਬ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਨਾ, ਉਹਦੀ ਲੀਡਰਸ਼ਿਪ ਇੰਨੀ ਕਮਜ਼ੋਰ ਹੋ ਗਈ, ਸੁਖਬੀਰ ਸਿੰਘ ਬਾਦਲ ਦਾ ਨੇਤਰਤਵ ਇੰਨਾ ਕਮਜ਼ੋਰ ਹੋ ਗਿਆ ਕਿ ਆਪਣੀ ਪਾਰਟੀ ਨਹੀਂ ਸੰਭਾਲ ਪਾ ਰਿਹਾ। ਇਹ ਤੇ ਡਾਕਟਰ ਸਾਹਿਬ, ਅਕਾਲੀ ਦਲ ਕਮਜ਼ੋਰ, ਮੈਂ ਕਹਿੰਦਾ ਸਰੀਨ ਸਾਹਿਬ, ਨਾ ਤਾਂ ਅਕਾਲੀ ਦਲ ਕਮਜ਼ੋਰ ਆ ਨਾ ਡਰਿਆ ਆ। ਜੇ ਉਹ ਡਰਿਆ ਹੁੰਦਾ ਤਾਂ ਫਿਰ ਉਹ ਤੁਹਾਨੂੰ ਅੱਖਾਂ ਨਾ ਦਿਖਾਉਂਦੇ, ਤੁਹਾਡੀ ਜਿਹੜੀ ਐਨਡੀਏ ਦਾ ਸਾਥ ਨਾ ਛੱਡਦੇ, ਤਾਂ ਉਹ ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਨਾ ਕਰਦੇ। ਸਾਨੂੰ ਇਹਨਾਂ ਗੱਲਾਂ ਦੀ ਪਰਵਾਹ ਨਹੀਂ।
ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਪੰਜਾਬ ਦੇ ਲਈ ਕੁਰਬਾਨੀਆਂ ਦਿੱਤੀਆਂ। ਉਹ ਮਰਨ ਮਿਟਣ ਤੇ ਆ ਜਾਂਦੇ ਪੰਜਾਬ ਦੇ ਲਈ, ਜਦੋਂ ਕਿ ਤੁਹਾਡੇ ਪਾਸੋਂ ਇਦਾਂ ਦੀ ਕੋਈ ਇੱਕ ਵੀ ਸਿੰਗਲ ਤੁਸੀਂ ਐਗਜ਼ਾਮਪਲ ਨਹੀਂ ਦੇ ਸਕਦੇ ਕਿ ਬੀਜੇਪੀ ਨੇ ਪੰਜਾਬ ਲਈ ਆਹ ਕੁਝ ਕੀਤਾ। ਜੇਕਰ ਅੱਜ ਤੱਕ ਪੰਜਾਬ ਲਈ ਕਿਸੇ ਨੇ ਕੁਝ ਕੀਤਾ, ਉਹ ਸਿਰਫ ਤੇ ਸਿਰਫ ਅਕਾਲੀ ਦਲ ਨੇ ਕੀਤਾ। ਇਹ ਅੱਜ ਠੀਕ ਹੈ ਵੀ ਤੁਹਾਡਾ ਦਾ ਲਗਾਇਆ, ਤੁਸੀਂ ਸੈਂਟਰ 'ਚ ਸਰਕਾਰ ਬਣਾ ਕੇ ਬੈਠੇ ਹੋ, ਪਰ ਮਤ ਬੋਲੋ ਤੁਸੀਂ ਪੰਜਾਬ ਨੂੰ ਕੁਛ ਨਹੀਂ ਦਿੱਤਾ। ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਖੋਣ ਦੀ ਕੋਸ਼ਿਸ਼ ਕੀਤੀ, ਤੁਸੀਂ BBMB ਦੇ ਵਿੱਚੋਂ ਮੈਂਬਰ ਸਾਡੇ ਕੱਢਤੇ, ਤੁਸੀਂ ਚੰਡੀਗੜ੍ਹ ਨੂੰ ਕਹਿੰਦਾ ਮਤਲਬ ਪੰਜਾਬ ਨੂੰ ਨਹੀਂ ਦਿੱਤਾ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਕਿਹੜੇ ਪੰਜਾਬੀ ਹੋ ਤੁਸੀਂ? ਤੁਸੀਂ ਸਿਰਫ ਤੇ ਸਿਰਫ ਇੱਕ ਆਈਡੀਓਲੋਜੀ ਤੇ ਚੱਲਦੇ ਹੋ, ਪੰਜਾਬ ਦੇ ਭਲੇ ਦਾ ਕੰਮ ਨਹੀਂ ਕਰਦੇ। ਜਵਾਬ ਲੈਣਾ ਹੈ? ਮੈਂ ਇਹ ਤੁਹਾਨੂੰ ਫਿਰ ਇਹ ਕਹਿਣਾ ਬਿਲਕੁਲ ਲੈਣਾ ਹੈ, ਅਕਾਲੀ ਦਲ ਬਿਲਕੁਲ ਲੈਣਾ ਸਰੀਨ ਸਾਹਿਬ ਕਮਜ਼ੋਰ ਹੈ ਨਾ ਕਮਜ਼ੋਰ ਹੋਇਆ। ਇੱਕ ਮਿੰਟ ਚਲੋ ਡਾਕਟਰ ਸਾਹਿਬ ਆਪਾਂ ਜਵਾਬ ਲੈ ਲਈਏ, ਸਭਾ ਘੱਟ ਹੈ, ਗੱਲਬਾਤ ਥੋੜੀ ਜੀ ਕਸਵੀਂ ਰੱਖੀਏ। ਹਾਂਜੀ ਹਾਂਜੀ ਨਹੀਂ ਡਾਕਟਰ ਸਾਹਿਬ, ਤੁਹਾਨੂੰ ਅੱਜ ਚੇਤਾ ਆਇਆ ਕਿ ਬੀਜੇਪੀ ਪੰਜਾਬ ਦੀ ਤੈਸ਼ੀ ਨਹੀਂ ਗਈ? ਜਦੋਂ ਇੰਨੇ ਸਾਲ ਅਲਾਈਅੰਸ ਕਰਕੇ ਬੈਠੇ ਸੀ, ਕੱਲ ਦੇ ਬੈਠੇ ਸੀ, ਫਿਰ ਤੁਹਾਨੂੰ ਕੋਈ ਬਣ ਕੇ ਬੈਠਾ ਸੀਗਾ? ਤੁਹਾਨੂੰ ਆਪਣੀ ਕੁਰਸੀ ਦਾ ਲਾਲਚ ਸੀਗਾ? ਕਿਸ ਗੱਲ ਦਾ ਸੀਗਾ? ਤੁਸੀਂ ਕਿਉਂ ਫਿਰ ਅਲਾਈਅੰਸ ਕਰਕੇ ਬੈਠੇ ਸੀ? ਬੀਜੇਪੀ ਪੰਜਾਬ ਦੇ ਅੱਛੀ ਨਹੀਂ, ਔਰ ਜੇ ਅੱਜ ਪੰਜਾਬ ਦੇ ਰੋਡ ਇਨਫਰਾਸਟ੍ਰਕਚਰ ਹੈਗੇ ਨੇ, ਹੁਣ ਸੁਣ ਲਓ ਡਾਕਟਰ ਸਾਹਿਬ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹੂੰ, ਸੁਣ ਲਓ ਡਾਕਟਰ ਸਾਹਿਬ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹੂੰ, ਸੁਣ ਲਓ ਨਾ। ਛੱਡੋ ਤੁਹਾਨੂੰ, ਉਹ ਡਾਕਟਰ ਸਾਹਿਬ ਸੁਣ ਲਓ ਹੁਣ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਡਾਕਟਰ ਸਾਹਿਬ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਸੁਣ ਲਓ ਨਾ। ਇਹਨੇ ਤੁਹਾਨੂੰ ਪੁੱਛਿਆ ਇੱਥੇ, ਉਹ ਡਾਕਟਰ ਸਾਹਿਬ ਸੁਣ ਲਓ, ਉਹ ਸੁਣਨ ਦਾ ਹੌਸਲਾ ਰੱਖੋ ਡਾਕਟਰ ਸਾਹਿਬ, ਸੁਣਨ ਦਾ ਵੀ ਹੌਸਲਾ ਰੱਖ ਲਓ। ਮੈਂ ਤਾਂ ਤੁਹਾਡਾ ਬਹੁਤ ਸਤਿਕਾਰ ਕਰਦਾ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ। ਹੁਣ ਤੁਸੀਂ ਸੁਣ ਤਾਂ ਲਓ ਨਾ, ਮੈਨੂੰ ਦੱਸੋ ਰੋਡ ਸਾਰਾ ਰੋਡ ਇਨਫਰਾਸਟ੍ਰਕਚਰ ਕਿੰਨੇ ਦਿੱਤਾ? PGI ਪੰਜਾਬ ਨੂੰ ਏਮਸ ਕਿੰਨੇ ਦਿੱਤਾ? ਸਾਰਾ ਕੁਝ ਨੇ ਜਦੋਂ ਕੇਂਦਰ ਦੇ ਨਾਲ ਤੁਹਾਡੀ ਸਾਂਝ ਸੀਗੀ, ਉਦੋਂ ਤਾਂ ਤੁਸੀਂ ਗੋਗੇ ਗਾਉਂਦੇ ਸੀ ਬੀਜੇਪੀ ਦੇ ਔਰ ਨਰਿੰਦਰ ਮੋਦੀ ਦੇ, ਔਰ ਅੱਜ ਜਦੋਂ ਤੁਸੀਂ ਆਪਣੀ ਕੁਰਸੀ ਖੁੱਜਦੀ ਪਈ ਆ, ਤੁਹਾਡੀ ਆਪਣੀ ਪ੍ਰਧਾਨਗੀ ਖਿੱਚਦੀ ਪਈ, ਤੁਸੀਂ ਹੁਣ ਬੀਜੇਪੀ ਨੂੰ ਬਲੇਮ ਕਰਦੇ ਹੋ। ਅਸੀਂ ਤੇ ਅਕਾਲੀ ਦਲ ਨੂੰ ਕਿਸੇ ਗੱਲ ਤੇ ਬਲੇਮ ਨਹੀਂ ਕੀਤਾ। ਤੁਸੀਂ ਜਦੋਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋ, ਟੁੱਟੇ ਹੋ ਵੱਡੇ ਬਾਦਲ ਸਾਹਿਬ ਦੀਆਂ, ਇੱਕ ਮਿੰਟ ਮੇਰੀ ਸੜਕ ਬਣਾਤੀ, ਮੇਰੀ ਬੇਨਤੀ ਹੈ ਡਾਕਟਰ ਸਾਹਿਬ, ਸੁਣਨ ਦਾ ਹੌਸਲਾ ਰੱਖੋ। ਕਾਂਗਰਸ ਦੇ ਡਾਕਟਰ ਸਾਹਿਬ ਸੁਣਨ ਦਾ ਹੌਸਲਾ ਰੱਖੋ, ਕਿਹੜੀ ਡਿਵੈਲਪਮੈਂਟ ਕਰਾ ਲਈ? ਸੁਣ ਵੀ ਲਓ, ਸੁਖਬੀਰ ਸਿੰਘ ਬਾਦਲ ਹੀ ਸੀ, ਕਹਿਣ ਨੂੰ ਨਹੀਂ ਗੱਲ, ਸੁਣ ਤੇ ਲਓ, ਉਹੀ ਪਾਸੇ ਲੱਗ ਜਾਂਦੇ ਸੀ, ਕਹਿਣ ਨੂੰ ਕੁਝ ਨਹੀਂ, ਸੁਣ ਤੇ ਲਵੋ। ਉਹ ਡਾਕਟਰ ਸਾਹਿਬ ਸੁਣ ਤੇ ਲਵੋ, ਉਹ ਸੁਣ ਤੇ ਲਵੋ, ਉਹ ਸੁਣਨ ਦਾ ਹੌਸਲਾ ਰੱਖ ਲਓ। ਤੁਸੀਂ ਰੱਖ ਲਿਓ ਜਾ ਕੇ, ਤੁਸੀਂ ਸਰੀਨ ਸਾਹਿਬ ਬਾਅਦ ਦੇ ਵਿੱਚ ਪਹਿਲਾਂ ਇੱਥੇ ਗੱਲ ਸੁਣ ਲਓ। ਤੁਸੀਂ ਸਰੀਨ ਸਾਹਿਬ ਆਪਣੀ ਗੱਲ ਕਹੋ, ਆਪਣੀ ਗੱਲ ਕਹੋ, ਇਦਾਂ ਹੀ ਫਿਰ ਬਹਿਸ ਚੱਲਦੀ ਰਹੂਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਆਪਣੇ ਸ਼ਬਦਾਂ 'ਚ ਕਹੋ। ਹਾਂਜੀ ਮੈਂ ਕਹਿ ਰਿਹਾ ਡਾਕਟਰ ਸਾਹਿਬ, ਤੁਹਾਡੇ ਵੇਲੇ ਲਾਇਕ ਤੁਸੀਂ ਬੋਲਿਆ ਨਾ, ਮੇਰਾ ਬੜਾ ਸਪਸ਼ਟ ਮਾਨਣਾ ਹੈ, ਅੱਜ ਅਕਾਲੀ ਦਲ ਦੀ ਜੋ ਵੀ ਸਮੱਸਿਆ ਹੈਗੀ ਹੈ, ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ, ਬੀਜੇਪੀ ਦਾ ਉਹਦਾ ਕੋਈ ਲੈਣਾ ਦੇਣਾ ਨਹੀਂਗਾ। ਜੇ ਇਹਨਾਂ ਕੋ ਆਪਣੇ ਬੰਦੇ ਨਹੀਂ ਸੰਭਾਲੇ ਜਾ ਰਹੇ, ਇਹਨਾਂ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ। ਇਹਨਾਂ ਦੇ ਲੋਕ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਣਾ ਚਾਹੁੰਦੇ, ਸੁਖਬੀਰ ਬਾਦਲ ਨੂੰ, ਉਹਨਾਂ ਦੀ ਸਮੱਸਿਆ। ਇਹ 'ਚ ਬੀਜੇਪੀ ਕਿੱਥੋਂ ਆ ਗਈ? ਅਯਾਲੀ ਦਾ ਕਿਹਾ, ਮੈਂ ਤਾਂ ਪਹਿਲਾਂ ਕਿਹਾ ਕਿ ਜੇ ਅਯਾਲੀ ਦੇ ਨਾਲ ਸਾਡੀ ਸਾਂਠ-ਗਾਂਠ ਹੁੰਦੀ ਤਾਂ ਸਾਡੇ ਪ੍ਰੈਜ਼ੀਡੈਂਟ ਦੇ ਵੋਟ ਪਾਉਣ ਤੋਂ ਮਨਾ ਕਿਉਂ ਕਰਦਾ? ਇਹ ਆਪਣੇ ਆਪ 'ਚ ਕੰਟਰਡਿਕਸ਼ਨ ਹੈਗੀ ਹੈ। ਇਹ ਸਿਰਫ ਆਪਣੀ ਕੁਰਸੀ ਮੈਂ ਕੁਝ ਐਡ ਆਨ ਕਰ ਦਿੰਦਾ, ਮੈਂ ਸਰੀਨ ਸਾਹਿਬ ਇਹਦੇ ਵਿੱਚ ਕੁਝ ਐਡ ਆਨ ਕਰ ਦਿੰਦਾ। ਮੈਂ ਇੱਕ ਸੈਕਿੰਡ ਮੇਰੀ ਗੱਲ ਸੁਣੋ ਪਲੀਜ਼। ਮੈਂ ਇਸ ਦੇ ਵਿੱਚ ਐਡ ਆਨ ਕਰ ਦਿੰਦਾ ਚੀਜ਼ਾਂ। ਪਿਛਲੇ ਦਿਨਾਂ ਦੇ ਵਿੱਚ DSGMC ਵੱਲੋਂ ਦਫ਼ਤਰ ਖੋਲੇ ਗਏ ਅੰਮ੍ਰਿਤਸਰ ਦੇ ਵਿੱਚ, ਉਹ ਚੀਜ਼ ਵੀ ਇਸ ਦੀ ਇੱਕ ਵਜ੍ਹਾ ਬਣੀ। ਉਸ ਦਾ ਬੈਕਿੰਗ ਦਾ ਜ਼ਿਕਰ ਹੋਇਆ। ਉਸ ਦਿਨ ਵੀ ਮੈਂ ਗੱਲਬਾਤ ਕਰ ਰਿਹਾ ਸੀ, ਉਹਨਾਂ ਨੂੰ ਜੋੜਿਆ ਸੀ ਨਾਲ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਕਹਿ ਦਿੰਦੇ ਤੇ ਅਸੀਂ ਨਹੀਂ ਖੋਲਦੇ। ਸੋ ਇਸ ਤਰੀਕੇ ਦੀਆਂ ਗੱਲਾਂ ਹੋਈਆਂ ਤਾਂ ਇਹ ਚੀਜ਼ ਜ਼ਿਆਦਾ ਜਿਹੜੀ ਆ ਉਹ ਅੱਗੇ ਵੱਧ ਗਈ। ਸਾਡੇ ਨਾਲ ਮਨਪ੍ਰੀਤ ਅਯਾਲੀ ਫੋਨ ਲਾਈਨ ਤੇ ਜੁੜ ਗਏ ਨੇ। ਮੈਂ ਮਨਪ੍ਰੀਤ ਅਯਾਲੀ ਸਾਹਿਬ ਤੋਂ ਇੱਕ ਪ੍ਰਤੀਕਰਮ ਲੈਣਾ ਚਾਹਣਾ। ਸਰੀਨ ਸਾਹਿਬ ਔਰ ਡਾਕਟਰ ਸੁੱਕੀ ਤੁਸੀਂ ਬਣੇ ਰਹਿਣਾ। ਅਯਾਲੀ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਪੂਰਾ ਜ਼ਿਕਰ ਹੋਇਆ ਮੀਟਿੰਗ ਦੇ ਵਿੱਚ? ਸਿੱਧਾ ਕਿਹਾ ਗਿਆ, ਔਰ ਮੈਂ ਤੁਹਾਨੂੰ ਸਿੱਧਾ ਹੀ ਸਵਾਲ ਪੁੱਛ ਲੈਣਾ ਕਿ ਮਨਪ੍ਰੀਤ ਅਯਾਲੀ ਉਹਨਾਂ ਨੇ ਕਿਹਾ ਦਿੱਲੀ ਨੇ ਔਰ ਬੀਜੇਪੀ ਦੇ ਟੱਚ 'ਚ ਨੇ। ਦੇਖੋ, ਮੈਂ ਅੱਜ ਦਿੱਲੀੋਂ ਆ ਰਿਹਾ, ਮੇਰੇ ਵਾਈਫ ਨੇ ਬਾਹਰੋਂ ਆਉਣਾ ਸੀ ਕੈਨੇਡਾ ਤੋਂ, ਉਹਨੂੰ ਲੈ ਕੇ ਆਏ ਜੀ। ਕੋਈ ਸਾਡਾ ਘਰ ਦਾ ਕੋਈ ਫਰਨੀਚਰ ਦਾ ਸੀਗਾ ਮੈਟਰ, ਉਹ ਚ ਅਸੀਂ ਆਪਣਾ ਬਿਜ਼ੀ ਸੀਗੇ ਬੇਟੇ ਮੇਰੇ ਨਾਲ, ਤੇ ਬੜੀ ਹੈਰਾਨੀ ਸੁਣ ਕੇ ਮੇਰੀ ਗੱਲ ਸੁਣੋ ਜੀ ਕਿ ਜੇ ਅਸੀਂ ਉਹਨਾਂ ਨੇ ਮੀਟਿੰਗ ਹੀ ਕਰ, ਮੈਂ ਤਾਂ ਬਾਈਕਾਟ ਕੀਤਾ ਪੰਜਾਬ ਦੇ ਮਸਲਿਆਂ ਨੂੰ ਲੈ ਕੇ। ਜੋ ਪੰਜਾਬ ਲੈ ਕੇ ਅਸੀਂ ਕਿਉਂ ਕਰਾਂਗੇ ਜੀ? ਇਹ ਵੋਟ ਤਾਂ ਭਾਈ ਅਕਾਲੀ ਦਲ ਨੇ ਜੀ, ਇਹੀ ਨਾਲੇ ਹੁਣ ਅੱਜ ਇਹ ਕਹਿ ਰਿਹਾ ਵੀ ਅਕਾਲੀ ਦਲ ਨੂੰ ਤੋੜ ਰਹੀ, ਫਿਰ ਵੋਟ ਕਿਉਂ ਪਾਉਣੇ ਉਹਨਾਂ ਨੂੰ? ਤੁਸੀਂ ਬਾਈਕਾਟ ਕਿਉਂ ਨਹੀਂ ਕਰਦੇ ਜੀ? ਡਟ ਕੇ ਵਿਰੋਧ ਕਰੋ। ਅਸੀਂ ਤਾਂ ਵਿਰੋਧ ਕਰਦੇ, ਸਾਨੂੰ ਇਹ ਉਲਟਾ ਇਹ ਸਾਡੇ ਦੋਸ਼ ਲਾ ਰਿਹਾ। ਇਹ ਖੋਚੀ ਰਾਜਨੀਤੀ ਕਰ ਰਿਹਾ, ਘਟੀਆ ਰਾਜਨੀਤੀ ਕਰ ਰਿਹਾ। ਇਹ ਦੇਖੋ ਬੜੀ ਮਾੜੀ ਗੱਲ ਆ। ਚਾਹੇ ਸਾਡੇ ਪਾਰਟੀ ਦੇ ਕੋਈ ਬੁਲਾਰੇ ਨੇ, ਲੇਕਿਨ ਅਸੀਂ ਪਾਰਟੀ ਨੂੰ ਸਮਰਪਿਤ, ਸ਼੍ਰੋਮਣੀ ਅਕਾਲੀ ਦਲ ਨੂੰ
ਤੇ ਲੇਕਿਨ ਨਵਾਂ ਅਨੁਸਾਰ ਚੱਲਣਾ ਕੀ ਨੇ ਤਾਂ ਹੀ ਪਾਰਟੀ ਮਜ਼ਬੂਤ ਹੋਊਗੀ ਜੀ। ਸੋ ਇੱਥੇ ਇਹ ਜਿੱਥੇ ਸਟੈਂਡ ਕਲੀਅਰ ਹੈਗਾ, ਬੜਾ ਸਪਸ਼ਟ ਹੈਗਾ ਲੋਕਾਂ ਲਈਆਂ, ਵਰਕਰਾਂ ਦੀ ਸੋਚ ਅਨੁਸਾਰ, ਪੰਜਾਬੀਆਂ ਦੀ ਸੋਚ ਅਨੁਸਾਰ, ਜਿੱਥੇ ਕੋਈ ਮੁੱਦਾ ਹੈਗਾ, ਜਿੱਥੇ ਲੜਨਾ ਲੜਨਾ ਡਟ ਕੇ ਲੜਾਂਗੇ, ਕੋਈ ਸਾਨੂੰ ਇਸ ਗੱਲ ਦਾ ਕੋਈ ਪਰਵਾਹ ਨਹੀਂ ਹੈਗੀ। ਅਸੀਂ ਕਿਉਂ ਕਰਾਂਗੇ ਮੀਟਿੰਗਾਂ ਸਾਬਤ ਕਰ ਦੇਣ ਜੇ ਇੱਦਾਂ ਦੇ, ਤਾਂ ਮੈਂ ਜੋ ਕਹੂੰ ਦੇਣ ਦਾ ਰਹੂੰਗਾ, ਜੋ ਵੀ ਸਾਬਤ ਕਰ ਦੇਣ। ਡਾਕਟਰ ਸੁੱਖੀ ਜਵਾਬ ਦੇ ਦਿਓ ਜ਼ਰਾ, ਸਿੱਧਾ ਸਿੱਧਾ ਅਯਾਲੀ ਸਾਹਿਬ ਕਹਿ ਰਹੇ ਆ ਕਿ ਸਾਬਤ ਕਰ ਦਿਓ, ਅਸੀਂ ਦੇਣਦਾਰ ਹੋਵਾਂਗੇ। ਦੇਖੋ ਮਨਪ੍ਰੀਤ ਅਯਾਲੀ ਜੀ ਸਾਡੇ ਬੜੇ ਸਤਿਕਾਰਯੋਗ ਨੇ, ਇਹਨਾਂ ਨੇ ਪਾਰਟੀ ਨੇ ਅੱਗੇ ਵੀ ਇਹਨਾਂ ਦੇ ਜਿੰਨੇ ਵੀ ਇਹਨਾਂ ਨੇ ਅੱਜ ਤੱਕ ਸੁਝਾਅ ਦਿੱਤੇ ਚੰਗੇ ਦਿੱਤੇ, ਔਰ ਮੈਂ ਇਸ ਗੱਲ ਦੀ ਕੰਟਰੋਵਰਸੀ ਨਹੀਂ ਕਰਦਾ। ਉਹ ਤੇ ਅੱਜ ਵਾਲੀ ਗੱਲ ਨੂੰ ਹੋਛੀ ਰਾਜਨੀਤੀ ਦੱਸ ਰਹੇ ਨੇ, ਤੁਹਾਡੇ ਸਿੱਧਾ ਸਿੱਧਾ ਕਹਿ ਰਹੇ ਨੇ ਕਿ ਤੁਸੀਂ ਹੋਛੀ ਰਾਜਨੀਤੀ ਕਰ ਰਹੇ ਹੋ। ਉਹ ਕਹਿੰਦੇ ਮੈਂ ਤਾਂ ਬੀਜੇਪੀ ਦੇ ਖਿਲਾਫ ਖੜਾ ਵੋਟ ਪਾਉਣ ਵੇਲੇ, ਔਰ ਤੁਸੀਂ ਉਹਦੇ ਹੱਕ 'ਚ ਗਏ। ਮੈਂ ਦੇਖੋ, ਮੈਂ ਬਰਾੜ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਮੈਨੂੰ ਅੱਜ ਦੀ ਮੀਟਿੰਗ ਦਾ ਕੁਝ ਨਹੀਂ ਪਤਾ ਜੀ, ਕਿਉਂਕਿ ਇਹ ਮਿਲੇ ਜਾਂ ਨਹੀਂ ਮਿਲੇ, ਜਿਹਨੇ ਕਿਹਾ ਉਹਨਾਂ ਕੋਲ ਪ੍ਰੂਫ ਹੋਣਗੇ ਤਾਂ ਹੀ ਕਿਹਾ, ਪਰ ਮੈਂ ਨਹੀਂ ਕਹਿੰਦਾ, ਮੈਂ ਉਹਨੂੰ ਇੰਡੋਸਾ ਕਰ ਨਹੀਂ ਰਿਹਾ, ਮੈਨੂੰ ਤਾਂ ਕਿਉਂਕਿ ਪਤਾ ਹੀ ਨਹੀਂ ਇਸ ਗੱਲ ਦਾ। ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਿਹੜੀ ਵੀ ਗੱਲ ਕਿਸੇ ਨੇ ਕਰਨੀ ਆ, ਉਹ ਪਾਰਟੀ ਦੇ ਅੰਦਰ ਬਹਿ ਕੇ, ਇਸ ਕਾਰਜਯੋਗ ਨੇ ਅੰਦਰ ਬਹਿ ਕੇ ਕਰਨੀ ਚਾਹੀਦੀ, ਤਾਂ ਕਿ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ। ਮੇਰਾ ਤਾਂ ਇੰਨਾ ਕਿ ਮੈਂ ਇਹਨਾਂ ਦੀ ਪਾਰਟੀ ਦੇ ਕੋਈ ਬੁਲਾਰਾ ਜਦੋਂ ਬਿਨਾਂ ਕਿਸੇ ਗੱਲ ਤੋਂ ਕੁਝ ਲਾ ਰਿਹਾ, ਉਹਦੇ ਖਿਲਾਫ ਕੀ ਐਕਸ਼ਨ ਲੈ ਰਹੀ ਹੈ ਪਾਰਟੀ ਜੀ? ਝੂਠੇ ਦੋਸ਼ ਲਾਏ ਨੇ ਮੈਨੂੰ ਨਹੀਂ ਪਤਾ ਤੁਸੀਂ ਮਿਲੇ ਜਾਂ ਨਹੀਂ ਮਿਲੇ, ਮੈਂ ਤਾਂ ਇਹ ਕਹਿ ਨਹੀਂ ਸਕਦਾ, ਕਿਉਂਕਿ ਨਾ ਮੈਂ ਤੁਹਾਨੂੰ ਤੁਹਾਡਾ ਬੁਲਾਰਾ ਉਹਨੂੰ ਪੁੱਛੋ ਨਾ, ਉਹਦੇ ਕੋਲ ਸਬੂਤ ਕੀ ਆ? ਉਹ ਤੁਹਾਡਾ ਵੀ ਬੁਲਾਰਾ ਉਹੀ ਆ, ਤੁਸੀਂ ਕਿਤਾ ਨਹੀਂ ਆਪਣਾ ਹੀ ਬੁਲਾਰਾ ਲਾ ਲਓ, ਆਪਣੀ ਪਾਰਟੀ ਦੇ ਲਾ ਲਓ। ਨਹੀਂ ਹੈ ਆਪਣੀ ਪਾਰਟੀ ਦਾ ਕਹੋ, ਤੁਹਾਡਾ ਵੀ ਬੁਲਾਰਾ ਉਹੀ ਆ, ਤੁਸੀਂ ਬਾਹਰੋਂ ਨਹੀਂ। ਫਿਰ ਉਹ ਦੇਖੋ ਵੋਟ ਤਾਂ ਪਾਰਟੀ ਨੇ ਪਾਈ ਆ, ਮੈਂ ਤਾਂ ਪਾਈ ਹੀ ਨਹੀਂ, ਤੁਸੀਂ ਵੀ ਪਾਈ ਆ। ਤੁਸੀਂ ਭਾਈ ਤੁਸੀਂ 12:30 ਵਜੇ ਤੱਕ ਮੇਰੇ ਨਾਲ ਹੀ ਸੀ, ਜਦੋਂ ਤੁਸੀਂ ਇੱਕ ਦਿਨ ਪਹਿਲਾਂ ਮੈਨੂੰ ਕਿਹਾ ਮੈਂ ਉੱਥੇ 12:30 ਪਹੁੰਚ ਜਾਊਂਗਾ। ਇੱਕ ਦਿਨ ਪਹਿਲਾਂ ਤੁਹਾਡੀ 3 ਵਾਰੀ ਗੱਲ ਹੋਈ ਮੇਰੇ ਨਾਲ, ਕਿੰਨੀ ਹੋਈ? ਮੇਰੀ ਗੱਲ ਸੁਣੋ, 3 ਵਾਰੀ ਮੇਰੀ ਗੱਲ ਹੋਈ ਤੁਹਾਡੇ ਨਾਲ, ਤੁਸੀਂ ਲੀਡਰ ਹੋ ਸਾਡੇ ਪਾਰਟੀ ਦੇ ਉੱਤੇ। ਇੱਕ ਸੁਣੋ, ਇੱਕ ਮਿੰਟ ਯਾਰ ਸਾਹਿਬ, ਇੱਕ ਮਿੰਟ ਮੇਰੀ ਗੱਲ ਦਾ ਜਵਾਬ। ਕੋਈ ਨਹੀਂ ਗੱਲ ਕਰਾਂਗੇ, ਤੁਸੀਂ ਸਾਡੀ ਪਾਰਟੀ ਦੇ ਸੁਣੋ, ਤੁਸੀਂ ਮੇਰੀ ਗੱਲ, ਤੁਸੀਂ ਇੱਕ ਵਾਰੀ ਮੇਰੀ ਗੱਲ ਸੁਣੋ, ਤੁਸੀਂ ਇੱਕ ਮਿੰਟ ਰੋਕ ਦਿਓ, ਜਵਾਬ ਦੇ ਦਿਓ ਮੇਰਾ ਨਾਂ ਗੱਲ। ਤੁਸੀਂ ਮੈਂ ਤੁਹਾਨੂੰ ਫੋਨ ਕੀਤਾ, ਤੁਹਾਡੀ ਮੇਰੀ 3 ਵਾਰੀ ਗੱਲ ਹੋਈ, ਤੁਸੀਂ ਮੈਨੂੰ ਕਿਹਾ ਵੀ ਮੈਂ ਕਿਹਾ 12:30 ਪਹੁੰਚਣਾ ਵੋਟ ਪਾਉਣ, ਤੁਸੀਂ ਕਿਹਾ ਠੀਕ ਆ, ਤੁਸੀਂ ਕਿਹਾ ਮੈਂ ਪਹੁੰਚਣਾ ਕਿਹਾ ਨਾ, ਇਹ ਗੱਲ ਤਾਂ ਦੱਸ ਦਿਓ। ਮੈਂ ਆਪਣੇ ਦੀ ਮਨ ਦੀ ਗੱਲ ਨਹੀਂ ਆਪਣੀ ਕਨਫਰਮ ਕਰੂੰਗਾ ਕਿਹਾ ਕਿ ਨਹੀਂ ਗੱਲ ਕਰਨੀ ਸੀ, ਮੈਂ ਤੁਹਾਨੂੰ ਥੋੜੀ ਦੱਸਣੀ ਸੀਗੀ। ਮੈਨੂੰ ਕਿਹੜਾ ਕਿਹਾ ਨਾ, ਤੁਸੀਂ ਲੀਡਰ ਹੋ ਸਾਡੇ। ਅਯਾਲੀ ਸਾਹਿਬ ਤੁਸੀਂ ਹੁਣ, ਮੈਂ ਕਿਉਂਕਿ ਮੀਟਿੰਗਾਂ ਅੱਜ ਵੀ ਹੋਈਆਂ ਨੇ, ਮੀਟਿੰਗਾਂ ਕੱਲ ਵੀ ਹੋਣੀਆਂ ਨੇ, ਤੁਸੀਂ ਜਾ ਰਹੇ ਹੋ? ਪਹਿਲਾਂ ਵੀ ਤੁਸੀਂ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਕਿਸੇ ਮੀਟਿੰਗ ਤੇ ਜੀ। ਠੀਕ ਹੈ, ਇਹਨੂੰ ਕੋਈ ਸੁਨੇਹਾ ਨਹੀਂ ਦਿੱਤਾ। ਕਿਉਂਕਿ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਅਯਾਲੀ ਸਾਹਿਬ, ਤੁਸੀਂ ਤੇ ਚਲੋ ਡਾਕਟਰ ਸੁੱਖੀ ਕਹਿ ਰਹੇ ਨੇ ਕਿ ਮੈਂ ਇਹ ਗੱਲ ਨਹੀਂ ਕਹਿ ਰਿਹਾ, ਪਰ ਜਿਹੜੀ ਪ੍ਰੈਸ ਕਾਨਫਰੰਸ ਅੱਜ ਪੂਰੀ ਹੋਈ ਹੈ, ਮੈਂ ਉਸ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸਿਰਫ ਔਨ ਰਿਕਾਰਡ ਹੈ, ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ। ਇੱਥੋਂ ਤੱਕ ਵੀ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਅੱਜ ਇਹ ਗੱਲ ਕਹੀ ਹੈ ਅਯਾਲੀ ਸਾਹਿਬ, ਇੱਥੋਂ ਤੱਕ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਜੇ 3 ਦੀ ਬਜਾਏ 2 MLA ਰਹਿ ਜਾਣਗੇ ਵਿਧਾਨ ਸਭਾ 'ਚ, ਸਾਨੂੰ ਫਰਕ ਨਹੀਂ ਪੈਂਦਾ। ਕੀ ਫਰਕ ਪੈਂਦਾ ਜੀ ਇਹਨਾਂ ਨੂੰ ਕੀ ਫਰਕ ਪੈਂਦਾ? ਫਰਕ ਤਾਂ ਅਸੀਂ ਰੌਲਾ ਪਾਉਂਦੇ, ਸਾਨੂੰ ਪੈਂਦਾ, ਕਹਿੰਦੇ ਵੀ ਸਾਨੂੰ ਫਰਕ ਪੈਂਦਾ ਵਾ, ਰੌਲਾ ਕੀ ਪਾ ਰਹੇ ਅਸੀਂ ਵੀ ਅਗਲੀ ਵਾਰ ਸਾਡੇ ਕੱਲਿਆਂ ਦੇ ਅਕਾਲੀ ਦਲ ਦੇ ਹੋਣ ਉੱਥੇ 70-80। ਇਹ ਤਾਂ ਕੱਲ ਨੂੰ SGPC ਚ ਰਹੇ, ਇਹਨਾਂ ਨੂੰ ਕੀ ਫਰਕ ਪੈਂਦਾ? ਸਾਨੂੰ ਫਰਕ ਪੈਂਦਾ, SGPC ਵੀ ਸਾਰੀ ਚਲੀ ਜਾਵੇ, ਚਾਹੇ ਭਾਜਪਾ ਤੇ SGPC ਤੇ ਕਬਜ਼ਾ ਹੋ ਜਾਵੇ, ਇਹਨਾਂ ਨੂੰ ਕੀ ਫਰਕ ਪੈਂਦਾ ਜੀ? ਫਰਕ ਤਾਂ ਲੋਕਾਂ ਨੂੰ, ਸਿੱਖਾਂ ਨੂੰ ਪੈਂਦਾ, ਪੰਜਾਬ ਨੂੰ ਪੈਂਦਾ, ਸਾਰੀ ਕਮਿਊਨਿਟੀ ਨੂੰ ਪੈਂਦਾ। ਰਿਪੋਰਟ ਦਿੱਤੀ, ਠੀਕ ਹੈ, ਇਹਨਾਂ ਨੂੰ ਫਰਕ ਨਹੀਂ ਪੈਂਦਾ, ਕੋਈ ਸਹਿਮਤੀ ਪ੍ਰਗਟ ਕੀਤੀ ਸੀ, ਜ਼ੀਰੋ ਹੋਵੇ ਫਰਕ ਨਾਲੇ ਸੀ ਕਿਤੇ ਇੱਕ ਫਰਕ ਨਹੀਂ ਹੈਗਾ। ਬਦਲੋ ਡਾਕਟਰ ਸਾਹਿਬ ਇੱਕ ਸੈਕਿੰਡ ਹੋਲਡ ਰੱਖੋ। ਵਲਟੋਆ ਸਾਹਿਬ ਜੁੜ ਗਏ ਨੇ, ਵਲਟੋਆ ਸਾਹਿਬ ਨੂੰ ਜੋੜ ਲਿਆ ਸੀ ਫੋਨ ਲਾਈਨ ਤੇ। ਵਲਟੋਆ ਸਾਹਿਬ ਤੁਸੀਂ ਜਵਾਬ ਦੇ ਦਿਓ, ਜਿਹੜੀ ਗੱਲ ਅਯਾਲੀ ਸਾਹਿਬ ਕਹਿ ਰਹੇ ਨੇ, ਉਹ ਕਹਿੰਦੇ ਮੈਂ ਤੇ ਆਪਣੇ ਪਰਸਨਲ ਕੰਮ ਲਈ ਗਿਆ ਸੀ, ਸਾਬਤ ਕਰ ਦੇਣ, ਜੋ ਕਹੋਗੇ ਦੇਣਦਾਰ ਹੈ। ਕਾਹਦੇ ਬਾਰੇ ਸਪਸ਼ਟ ਕਰਨਾ ਜੀ? ਜਿਹੜੀ ਗੱਲ ਅੱਜ ਜ਼ਿਕਰ ਹੋਇਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਜਿਹੜੇ ਬੀਜੇਪੀ ਦੇ ਟੱਚ 'ਚ ਨੇ ਅਯਾਲੀ ਸਾਹਿਬ ਔਰ ਮਨਜਿੰਦਰ ਸਿਰਸਾ ਹੋਰਾਂ ਦਾ ਜ਼ਿਕਰ ਹੋਇਆ। ਮਨਜਿੰਦਰ ਸਿਰਸਾ ਆ ਕੇ ਕਹਿ ਗਏ ਨੇ ਥੋੜੀ ਦੇਰ ਪਹਿਲਾਂ ਕਿ ਮੇਰਾ ਕੋਈ ਲਿੰਕ ਨਹੀਂ ਹੈ ਔਰ ਮੈਂ ਮਿਲਿਆ ਵੀ ਨਹੀਂ ਪਿਛਲੇ ਸਮੇਂ ਦੇ ਵਿੱਚ, ਔਰ ਅਯਾਲੀ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਇਲਜ਼ਾਮ ਲਾ ਰਹੇ ਹੋ ਮੇਰੇ ਤੇ, ਉਹ ਸਾਬਤ ਕਰ ਦਿਓ, ਮੈਂ ਦੇਣਦਾਰ ਹਾਂ। ਨਹੀਂ ਤੇ ਇਹ ਤੇ ਜਿੰਨੇ ਕਿਸੇ ਨੇ ਇਲਜ਼ਾਮ ਲਾਇਆ ਉਹਦੇ ਨਾਲ ਗੱਲ ਕਰਨ, ਮੈਂ ਤੇ ਕਿਤੇ ਮਨਪ੍ਰੀਤ ਸਿੰਘ ਯਾਰੀ ਹੋਰਾਂ ਦਾ ਨਾਮ ਨਹੀਂ, ਤੁਸੀਂ ਕਹਿ ਰਹੇ ਹੋ, ਤੁਸੀਂ ਆਪ ਕਿਹਾ, ਕਮਾਲ ਹੋ ਗਈ, ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਜੀ।
ਹਾਂਜੀ ਮੈਂ ਤਾਂ ਦੇਖੋ ਜਿਹੜੀ ਗੱਲ ਕੀਤੀ, ਮੇਰੀ ਬੇਨਤੀ ਸੁਣੋ ਮਨਪ੍ਰੀਤ ਜੀ, ਹੈਰੀ ਸਾਹਿਬ ਦੇਖੋ ਪਤਾ ਨਹੀਂ ਹੁਣ ਤੁਹਾਡੀ ਕੀ ਮਜਬੂਰੀ ਵੀਰੇ, ਤੁਸੀਂ ਸਾਡੇ ਛੋਟੇ ਵੀਰ ਜੇ, ਬਹੁਤ ਸਤਿਕਾਰਤ ਜੇ, ਬੜੇ ਹਿੰਮਤੀ ਜੇ, ਤੁਹਾਡੇ ਤੇ ਮਾਣ ਹੈ। ਸਾਨੂੰ ਬਦਨਾਮ ਕਰਨ ਲੱਗੇ ਇਹ ਇਲਜ਼ਾਮ ਲਾ ਕੇ ਬੜੀ ਮਾੜੀ ਗੱਲ ਹੈ। ਨਹੀਂ ਕਿਸੇ ਨੂੰ ਬਦਨਾਮ ਨਹੀਂ ਕਰਦੇ ਵੀਰ ਜੀ। ਮੇਰੀ ਸੁਣ ਲਓ, ਮੇਰੀ ਜਿਹਨੇ ਕੀਤੀ ਆ ਉਹਨੂੰ ਵੀ ਪਤਾ ਆ, ਜਿਹਦੇ ਨਾਲ ਹੋਈ ਆ ਉਹਨੂੰ ਵੀ ਪਤਾ ਆ, ਸਾਰੇ ਲੋਕਾਂ ਨੂੰ ਪਤਾ ਆ। ਮੈਂ ਤੁਹਾਡਾ ਨਾਂ ਨਹੀਂ ਲਿਆ, ਜਿਹਨੇ ਕੀਤੀ ਆ ਉਹ ਸਿਰਸਾ ਸਾਹਿਬ ਮੰਨਣ ਨਾ ਮੰਨਣ, ਜਿਹੜਾ ਕਰਕੇ ਆ ਉਹ ਮੰਨੇ ਨਾ ਮੰਨੇ, ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ। ਤੁਸੀਂ ਤਾਂ ਮੇਰਾ ਕਿਹਾ ਵੀ ਜਿਨ੍ਹਾਂ ਨੇ ਬਾਈਕਾਟ ਕੀਤਾ ਵੀ ਉਹ ਸਾਡੇ ਨਵੇਂ ਸੱਜਣ ਕਹਿ ਰਹੇ ਹੋ, ਮੈਨੂੰ ਤਾਂ 23-24 ਸਾਲ ਹੋ ਗਏ। ਨਹੀਂ ਹੋਰ ਕਿਸੇ ਤੁਸੀਂ ਵੀ ਜਿਨ੍ਹਾਂ ਨੇ ਜ਼ਮੀਰ ਦੀ ਆਵਾਜ਼ ਨਾਲ ਕਿ ਮੈਂ ਬਾਈਕਾਟ ਕੀਤਾ, ਮੇਰਾ ਹੋਰ ਕੋਈ ਕਿਹਨੇ ਕੀਤਾ ਬਾਈਕਾਟ? ਤਾਂ ਮੈਂ ਹੀ ਕੀਤਾ। ਬਾਈਕਾਟ ਕੀਤਾ ਆ, ਕੀਤਾ ਵੀ ਹੋਰ ਵੀ ਹੋਵੇ। ਇਹ ਉਹੀ ਸਾਡਾ ਆਗੂ ਮੀਟਿੰਗ ਕਰਦਾ ਫਿਰਦਾ ਹੁਣ ਬੀਜੇਪੀ ਦੇ ਨਾਲ, ਦੱਸੋ ਅਸੀਂ ਕੀ ਲੈਣਾ ਬੀਜੇਪੀ ਤੋਂ? ਆਪਾਂ ਜੇ ਤੁਸੀਂ ਮੇਰਾ ਨਾਲ ਕੀ ਏਜੰਡਾ ਬੀਜੇਪੀ ਨਾਲ? ਮੈਂ ਤਾਂ ਕਿਸੇ ਪਾਰਟੀ ਨਹੀਂ ਹੈ। ਮੇਰੀ ਸੁਣੋ ਜੀ ਇੱਕ ਮਿੰਟ, ਮੈਂ ਇੱਕ ਬੇਨਤੀ ਕਰਾਂ ਜੀ। ਹਾਂਜੀ, ਮੈਂ ਇੰਨਾ ਜ਼ਰੂਰ ਕਹੂੰਗਾ, ਇੱਕ ਪਾਰਟੀ ਸਿਸਟਮ ਹੈ ਅੱਜ, ਪਾਰਟੀ ਜੇ ਕ੍ਰਾਈਸਿਸ ਚ ਹੈ, ਜਿਸ ਪਾਰਟੀ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਆ ਜੀ, ਉਸ ਪਾਰਟੀ ਦੇ ਨਾਲ ਮਨੁੱਖ ਨੂੰ ਨਿਭਣਾ ਚਾਹੀਦਾ ਹੈ ਔਰ ਪਾਰਟੀ ਜ਼ਾਬਤੇ ਦੀ ਪਾਲਣਾ ਕਰਨੀ ਚਾਹੀਦੀ, ਚਾਹੇ ਵਿਰਸਾ ਸਿੰਘ ਬਲਟੋਹਾ ਹੋਵੇ। ਪਰ ਨਾਲ ਦੀ ਨਾਲ ਮੈਂ ਬੇਨਤੀ ਕਰ ਲਾਂ, ਮੈਂ ਹੁਣ ਪੂਰਾ ਜਵਾਬ ਦਊਂਗਾ, ਤੁਹਾਡੇ ਤਸੱਲੀ ਕਰਾ ਦੇਣਾ ਵੀਰੇ, ਕੋਈ ਨਹੀਂ। ਮੈਂ ਤੁਹਾਡੇ ਦੇਖੋ, ਜਿੱਥੋਂ ਤੱਕ ਮਨਜਿੰਦਰ ਸਿੰਘ ਸਿਰਸੇ ਦੀ ਗੱਲ ਹੈ ਨਾ ਜੀ, ਉਹ ਇਹ ਸਹੁੰ ਖਾ ਜੇ ਕਿ ਉਹਨੇ ਪੰਜਾਬ ਦਾ ਕੋਈ ਕਾਲੀ ਛੱਡਿਆ ਜਿਹਨੂੰ ਉਹਨੇ ਫੋਨ ਨਹੀਂ ਕੀਤਾ ਬੀਜੇਪੀ ਚ ਸ਼ਾਮਲ ਹੋਣ ਵਾਸਤੇ। ਯਾਰ ਉਹਦਾ ਤੁਸੀਂ ਉਹ ਛੱਡੋ, ਚਲੋ ਸਿਰਸਾ ਸਾਹਿਬ ਜੋ ਵੀ ਲੈ ਲਾਂਗੇ ਜਵਾਬ। ਤੁਸੀਂ ਕੀਤਾ ਨਾ, ਮੇਰੀ ਮੀਟਿੰਗ ਦਾ ਕੋਈ ਸਬੂਤ ਹੈ ਵੀ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਆ? ਯਾਰ ਮੀਟਿੰਗ ਦਾ ਮੈਂ ਕਦੋਂ ਕਿਹਾ ਵੀ ਤੁਸੀਂ ਮੀਟਿੰਗ ਕਰਕੇ ਆਏ ਜੇ? ਹਾਂਜੀ, ਜਿਹਨੇ ਕੀਤੀ ਜੀ, ਜੇ ਤੁਸੀਂ ਨਹੀਂ ਕੀਤੀ ਮੈਂ ਨਾਂ ਨਹੀਂ ਲਿਆ, ਐਵੇਂ ਕੱਲ ਤੁਸੀਂ ਕਾਹਨੂੰ, ਠੀਕ ਹੈ ਜੀ, ਗੱਲ ਖਤਮ। ਤੁਸੀਂ ਮਨ ਤੇ ਬੋਝ ਕਾਹਨੂੰ ਬਣਾਈ ਜਾਂਦੇ ਜੇ? ਚਲੋ ਗੱਲ ਖਤਮ ਹੈ। ਦੇਖੋ ਮੈਂ ਹਾਂਜੀ ਇਹ ਵਾਲੀ ਗੱਲ ਸੁਣਿਆ ਜੀ। ਦੇਖੋ ਜੀ, ਆਪਾਂ ਹੁਣ ਮੀਡੀਆ ਰਾਹੀਂ ਗੱਲਾਂ ਕਰਨੀਆਂ ਨੇ ਨਾ, ਇਸੇ ਗੱਲ ਦਾ ਆਪਾਂ ਮੀਡੀਆ ਹੁਣ ਨਹੀਂ, ਮੇਰੀ ਸੁਣ ਲਓ ਮੇਰੀ ਸੁਣ ਲਓ ਨਾ, ਮੈਂ ਤੇਰੇ ਤੋਂ ਉਮਰ ਚ ਡਿਉੜਾ ਹੋਣਾ, ਮੈਂ ਤੇਰੇ ਤਰਲੇ ਮਾਰੇ। ਮਨਪ੍ਰੀਤ ਪਾਰਟੀ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਆ। ਮਜੀਠੀਆ ਸਾਹਿਬ ਜਿਨ੍ਹਾਂ ਦਾ ਤੇਰੇ ਸਿਰ ਮੇਰੇ ਸਿਰ ਬੜੇ ਆਸਾਨ ਆ, ਉਹ ਜੇਲ੍ਹ 'ਚ ਬੈਠੇ ਆ। ਪਾਰਟੀ ਪ੍ਰਧਾਨ ਆਪਣੇ ਨਾਲ ਨਿਭਦੇ ਰਹੇ ਆ, ਪਾਰਟੀ ਪ੍ਰਧਾਨ ਦਾ ਕੋਈ ਗੁਨਾਹ ਨਹੀਂ ਹੈਗਾ। ਹਾਂਜੀ, ਆਪਾਂ ਐਵੇਂ ਲੋਕਾਂ ਦੇ ਮਗਰ ਲਾ ਕੇ ਆਪਾਂ ਝੰਡਾ ਚੁੱਕੀ ਫਿਰੀਏ। ਮੈਂ ਤਰਲੇ ਮਾਰੇ ਕਿ ਨਹੀਂ ਮਾਰੇ ਤੇਰੇ? ਮੈਂ ਤਰਲੇ ਮਾਰੇ ਕਿ ਨਹੀਂ ਯਾਰ? ਮੈਨੂੰ ਇਹਨਾਂ ਦੱਸ ਦੇ, ਮੈਂ ਤਰਲੇ ਮਾਰੇ ਕਿ ਨਹੀਂ ਮਾਰੇ? ਮੇਰੀ ਗੱਲ ਸੁਣੋ ਮਸਲਾ ਹੈ ਇਹਨਾਂ ਦੱਸ ਦੇ ਯਾਰੀ ਸਾਹਿਬ, ਮੈਂ ਤਰਲੇ ਮਾਰੇ ਕਿ ਨਹੀਂ ਮਾਰੇ ਤੁਹਾਡੇ? ਚਲੋ ਬਲਟੋਹਾ ਸਾਹਿਬ ਸੁਣ ਲਓ ਇੱਕ ਵਾਰੀ, ਅਲੀ ਸਾਹਿਬ ਦੀ ਗੱਲ ਸੁਣ ਲਈਏ। ਬਲਟੋਹਾ ਸਾਹਿਬ ਇੱਕ ਮਿੰਟ ਵਿਜੇਪਾਲ ਜੀ, ਮੈਂ ਇਹਨਾਂ ਕਹੂੰਗਾ ਕਿ ਕੋਈ ਮਰਦ ਦੁਨੀਆ ਦਾ ਉਹ ਮਰਦ ਨਹੀਂ ਖਵਾ ਸਕਦਾ ਜਿਹੜਾ ਜਦੋਂ ਯਾਰ ਮੁਸੀਬਤ ਚ ਹੋਵੇ ਉਦੋਂ ਪਿੱਠ ਦੇਵੇ, ਭਾਵੇਂ ਸਾਰਾ ਟੁੱਕਾ ਚੌੜ ਹੋ ਜਾਏ। ਯਾਰ ਸਿਆਸਤ ਗਈ ਢੱਡੇ ਖੂਜ, ਯਾਰ ਨਾ ਜ਼ਿੰਦਗੀ ਚ ਭੱਜਣਾ ਕਦੇ, ਇਹ ਵੀ ਸੁਣ ਲਓ। ਪਰ ਮੇਰੀ ਗੱਲ ਸੁਣੋ ਧਿਆਨ ਨਾਲ। ਮਸਲਾ ਇੱਕ ਜਿਹੜੀ ਸਿੱਖਾਂ ਦੀ ਸੰਸਥਾ ਵਾ ਨਾ, ਉਹ ਇੱਕ ਵੱਖਰੀ ਆ। ਨਿੱਜੀ ਤੌਰ ਤੇ ਤੁਸੀਂ ਭੱਜੋ, ਮੈਂ ਨਹੀਂ ਭੱਜਦਾ। ਯਾਰ ਮੈਨੂੰ ਨਿੱਜੀ ਤੌਰ ਤੇ ਖੜਾਓ ਜਿੱਥੇ ਮਰਜ਼ੀ, ਜਿੱਥੇ ਮਰਜ਼ੀ। ਭਾਵਨਾਵਾਂ ਦੀ ਗੱਲ ਆ ਨਾ, ਜਿੱਥੇ ਪੂਰੀ ਕੌਮ ਦੀ ਗੱਲ ਆ, ਉੱਥੇ ਗਦਾਰੀ ਨਹੀਂ ਹੋਣੀ ਸਾਡੇ ਤੋਂ। ਅਸੀਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਗਦਾਰੀ ਨਹੀਂ ਕਰਨੀ। ਤੁਸੀਂ ਜੋ ਮਰਜ਼ੀ ਕਰ ਲਿਓ। ਪਰਸਨਲੀ ਮਸਲਾ ਉਹ ਕੋਈ ਮਸਲਾ ਨਹੀਂ। ਮਸਲਾ ਇੱਕ ਸੰਸਥਾ ਨੂੰ ਬਚਾਉਣ ਦਾ, ਉਹਨੂੰ ਬਚਾਈਏ। ਮੇਰੀ ਬੇਨਤੀ ਬਲਟੋਹਾ ਸਾਹਿਬ ਗੱਲ ਪੂਰੀ ਹੋ ਲੈ ਦਿਓ, ਕੋਈ ਗੱਲ ਨਹੀਂ, ਆਪਣੇ ਕੋਲ ਖੁੱਲਾ ਟਾਈਮ ਹੈ। ਸਾਡੀ ਹੋਰ ਸਾਰਿਆਂ ਲਈ ਇਹ ਅਕਾਲੀ ਦਲ ਕਰਕੇ, ਸ਼੍ਰੋਮਣੀ ਅਕਾਲੀ ਦਲ ਕਰਕੇ ਉਹਦੇ ਲਈ ਲੜ ਰਹੇ ਆ, ਕੋਈ ਉਹਦੇ ਲਈ ਨਹੀਂ ਲੜ ਰਹੇ। ਜੇ ਕੋਈ ਨਿੱਜੀ ਸੁਖਬੀਰ ਸਿੰਘ ਬਾਦਲ ਨੂੰ ਸਾਡੀ ਲੋੜ ਹੈ, ਜਿੱਥੇ ਮਰਜ਼ੀ ਖੜਾ ਲੈਣ, ਕੋਈ ਕਾਬਜ਼ ਦੀ ਪਾਰਟੀ ਬਣਾਉਣ, ਅਸੀਂ ਉਹਨਾਂ ਨਾਲ ਖੜ ਜਾਂਦੇ ਆ ਜਾ ਕੇ। ਇਹ ਪੰਥ ਦੀ ਪਾਰਟੀ ਨੂੰ ਪੰਥ ਦੇ ਹਵਾਲੇ ਕਰਕੇ ਇਹਨੂੰ ਤਗੜਾ ਕਰੀਏ, ਬਸ ਇੰਨਾ ਹੀ ਮਸਲਾ ਵਾ। ਇੰਨਾ ਹੀ ਮਸਲਾ, ਹੋਰ ਕੋਈ ਮਸਲਾ ਨਹੀਂ। ਨਿੱਜੀ ਨਾ ਤੱਕ ਭੱਜਿਆ ਨਾ ਕਦੇ ਭੱਜਿਆ ਨਾ ਕਦੇ ਯਾਲੀ ਸਾਹਿਬ ਸੁਣੋ, ਜਦੋਂ ਸਾਡੀ ਤੁਸੀਂ ਮੈਂਬਰ ਸੀ ਉਹਦੇ ਵਿੱਚ, ਜਦੋਂ ਤੁਸੀਂ ਉਸ ਵੇਲੇ ਜੀ ਬਲਟੋਹਾ ਸਾਹਿਬ ਇੱਕ ਮਿੰਟ, ਡਾਕਟਰ ਸੁੱਕੀ ਪਲੀਜ਼ ਹੋਲਡ।
ਪਲੀਜ਼ ਹੋਲਡ, ਇੱਕ ਵਾਰੀ ਵਲਟੋਆ ਸਾਹਿਬ ਨੂੰ ਬੋਲ ਲੈਣ ਦਿਓ ਜੀ। ਮੇਰੀ ਬੇਨਤੀ ਹੈ ਨਹੀਂ ਕਾ ਇਹ ਵਿਰਸਾ ਸਿੰਘ ਵਲਟੋਆ ਨੂੰ ਕੌਮ ਦੀਆਂ ਭਾਵਨਾਵਾਂ ਸੁਣਾਉਣਗੇ, ਗਦਾਰੀ ਦੀਆਂ ਗੱਲਾਂ ਸੁਣਾਉਣਗੇ। ਜਿਹੜਾ 10 ਸਾਲ ਜੇਲ੍ਹ ਕੱਟ ਕੇ ਆਇਆ ਤੇ ਜਿਹਨੇ ਛਿੱਤਰ ਵੀ ਖਾਦੇ ਆ ਤੇ 24 ਫੇਸ ਵੀ ਭੁਗਤੇ ਆ, ਉਦੋਂ ਮਨਪ੍ਰੀਤ ਸਿੰਘ ਯਾਰੀ ਹੋਣਾ ਟੱਬਰ ਕਾਂਗਰਸ ਦੇ ਨਾਲ ਹੁੰਦਾ ਸੀਗਾ। ਇੱਕ ਮਿੰਟ ਜੀ ਯਾਰ ਗੱਲ ਕਰ ਮੈਂ ਤੁਹਾਡੇ ਵਿੱਚ ਬੋਲਿਆ ਨਹੀਂਗਾ, ਮੈਂ ਤੁਹਾਡੇ ਵਿੱਚ ਬੋਲਿਆ ਨਹੀਂਗਾ, ਮੈਂ ਬੋਲਿਆ ਨਹੀਂਗਾ। ਮੇਰੀ ਬੇਨਤੀ ਨਹੀਂ ਮੈਨੂੰ ਤੁਸੀਂ ਕੌਮ ਦੀਆਂ ਭਾਵਨਾਵਾਂ ਦੀ ਗੱਲ ਕਰੋਗੇ ਯਾਰ, ਜੋ ਮਰਜ਼ੀ ਹੋਵੇ। ਤੂੰ ਸੁਖਬੀਰ ਸਿੰਘ ਬਾਦਲ ਦਾ ਗੁਨਾਹ ਦੱਸ ਦੇ, ਤੂੰ ਗੁਨਾਹ ਦੱਸ ਦੇ ਵੀ ਉਹਦਾ ਬੰਦੇ ਦਾ ਆਹ ਗੁਨਾਹ ਉਹ ਚਾਹ ਕਮੀ ਹੈ, ਇਸ ਕਰਕੇ ਜਿਹੜਾ ਜੀ ਉਹ ਤੈਨੂੰ ਲੋਕ ਕੀ ਕਹਿੰਦੇ, ਲੋਕਾਂ ਦਾ ਮਗਰ ਕਿਹੜੀ ਗੱਲ ਕਰਨੀ ਹੈ। ਪਤਾ ਸਾਰੀਆਂ ਮੈਨੂੰ ਵੀ ਪਤਾ, ਕਾਹਨੂੰ ਇਸੇ ਗੱਲ ਕਰਨੀਆਂ ਨੇ ਗੱਲਾਂ। ਮੈਂ ਇੱਕ ਹੋਰ ਸਵਾਲ ਪੁੱਛ ਲੈਣਾ ਇਆਲੀ ਸਾਹਿਬ, ਤੁਸੀਂ ਵਲਟੋਆ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹੋ, ਮੈਂ ਸਿੱਧਾ ਸਵਾਲ ਹੀ ਪੁੱਛ ਲੈਣਾ ਇਆਲੀ ਸਾਹਿਬ, ਤੁਸੀਂ ਚਾਹੁੰਦੇ ਹੋ ਵੀ ਸੁਖਬੀਰ ਸਿੰਘ ਬਾਦਲ ਹਟ ਜਾਣ ਪ੍ਰਧਾਨਗੀ ਤੋਂ? ਕੀ ਇਹੀ ਮੁੱਦਾ ਹੈ? ਇੰਟਰਨਲ ਮਾਮਲਾ ਪਾਰਟੀ ਦਾ ਹਜੇ ਇਹ ਇੰਟਰਨਲ ਮਾਮਲੇ ਨੇ, ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਆ। ਇੰਟਰਨਲ ਮਾਮਲੇ ਓਪਨਲੀ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਨਹੀਂ ਫਿਰ ਕਿਵੇਂ ਮਜ਼ਬੂਤੀ ਪਾਰਟੀ ਦੀ ਹੋਏਗੀ? ਚਲੋ ਇਹ ਦੱਸ ਨਹੀਂ ਚਾਹੁੰਦਾ ਮੈਂ ਤਾਂ ਹਜੇ ਤੱਕ ਸਿਰਫ ਗੱਲ ਕੀਤੀ ਆ। ਦੇਖੋ ਜਦੋਂ ਅਸੀਂ ਹਲਕਿਆਂ 'ਚ ਗਏ ਆ ਨਾ ਜੀ, 100 ਹਲਕਿਆਂ 'ਚ ਵਰਕਰਾਂ ਨੇ ਸਾਨੂੰ ਕਿਹਾ ਵੀ ਚਮਚੇ ਹੋ ਤੁਸੀਂ ਸੁਖਬੀਰ ਦੇ, ਥੋੜੇ ਜਿਹੀ ਹਿੰਮਤ ਨਹੀਂ ਗੱਲ ਕਰਨ ਦੀ, ਸੱਚ ਤੁਸੀਂ ਸਮਾਂ ਖਰਾਬ ਕਰਨ ਆਏ ਹੋ ਸਾਡਾ। ਅਸੀਂ ਨਾ ਚਮਕੇ ਇੱਕ ਪਾਰਟੀ ਦੇ ਵਰਕਰਾਂ ਦੀ ਭਾਵਨਾਵਾਂ ਦੀ ਗੱਲ ਕੀਤੀ, ਹੋਰ ਕੋਈ ਗੱਲ ਨਹੀਂ ਹੈਗੀ। ਤੁਸੀਂ ਉਹ ਸਾਰੀਆਂ ਕੋਈ ਫਾਇਦਾ ਨੁਕਸਾਨ ਦਾ ਵੱਖਰੀ ਗੱਲ ਹੈ, ਇੱਕ ਸੰਸਥਾ ਦੀ ਗੱਲ ਹੈਗੀ ਆ। ਉਹਦੇ ਲਈ ਨਿੱਜੀ ਰਿਲੇਸ਼ਨ ਕੋਈ ਹੁਣ ਚਾਹੇ ਮੇਰਾ ਭਰਾ ਹੋਵੇ, ਮੈਂ ਕਹਿੰਦਾ ਜੇ ਵਿਕਰਮ ਭਰਾ, ਲੇਕਿਨ ਇੱਕ ਸੰਸਥਾ ਜਿਹੜੀ ਸਿੱਖਾਂ ਦੀ, ਉਹਦੇ ਲਈ ਕੋਈ ਸਮਝੌਤਾ ਨਹੀਂ ਹੈਗਾ। ਬਸ ਇੰਨਾ ਹੀ ਮਸਲਾ, ਇਹਨਾਂ ਨਾਲ ਇਹੀ ਗੱਲ ਕੀਤੀ ਆ, ਮੈਂ ਸੁਖਬੀਰ ਜੀ ਨਾਲ ਇਹੀ ਗੱਲ ਕੀਤੀ। ਨਹੀਂ ਤੁਸੀਂ ਇੱਕ ਸੈਕਿੰਡ ਵਲਟੋਆ ਸਾਹਿਬ, ਇੱਕ ਸੈਕਿੰਡ, ਜਿਹੜੀ ਗੱਲ ਇਆਲੀ ਸਾਹਿਬ ਤੁਸੀਂ ਕੀਤੀ ਹੈ, ਕੀ ਇਹ ਇਨ ਬਿਨ ਰਿਪੋਰਟ 'ਚ ਲਿਖੀ ਹੈ? ਇਹਨਾਂ ਨੂੰ ਸਭ ਕੁਝ ਪਤਾ ਵਾ, ਕਿਉਂਕਿ ਇਹ ਤੇ ਅੱਜ ਹੀ ਵਲਟੋਆ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਹੈ ਵੀ ਪ੍ਰਧਾਨ ਦੇ ਖਿਲਾਫ ਰਿਪੋਰਟ 'ਚ ਕੁਝ ਨਹੀਂ ਹੈ। ਨਹੀਂ ਹੈ ਜੇ ਦੱਸਣ ਇਆਲੀ ਸਾਹਿਬ ਦੱਸਣ ਹੈ ਕੁਝ ਕਿਸੇ ਦਾ ਨਾਮ ਲੈਣਾ, ਇਆਲੀ ਸਾਹਿਬ ਦੱਸਣ ਵਿੱਚ ਹੈ ਕਿ ਨਹੀਂ ਹੈ? ਕੁਝ ਨਹੀਂ ਹੈ ਉਹਦੇ ਵਿੱਚ। ਇਹ ਉਸ ਵੇਲੇ ਵਲਟੋਆ ਸਾਹਿਬ ਜੀ ਬੋਲ ਸਕਦੇ ਹੋ, ਕਹਿ ਸਕਦੇ ਹੋ। ਮੈਂ ਬੇਨਤੀ ਕਰਾਂ ਕਿ ਜੇ ਇਆਲੀ ਸਾਹਿਬ ਦੀ ਮੁਸ਼ਕਲ ਹੈ ਕਿ ਇਹਨਾਂ ਨੂੰ ਈਡੀ ਤੰਗ ਕਰਦੀ ਹੈ ਜਾਂ ਆਈਟੀ ਤੰਗ ਕਰਦੀ ਹੈ, ਇਨਕਮ ਟੈਕਸ ਤੰਗ ਕਰਦਾ ਹੈ, ਗੱਲ ਤੇ ਕਰ ਲੈਂਦੇ ਹੋ, ਗੱਲ ਤੇ ਕਰ ਲੈਂਦੇ ਹੋ। ਇਹ ਗੱਲਾਂ ਨਾ ਕਰੋ ਤੁਸੀਂ, ਇਹਨਾਂ ਗੱਲਾਂ ਦਾ ਵੀ ਫਾਇਦਾ ਨਹੀਂ। ਚੁੱਪ ਹੀ ਰਹਿਣ ਦਿਓ। ਜੇ ਤੁਹਾਨੂੰ ਗੱਲ ਕਰਨ ਦਾ ਅਧਿਕਾਰ ਮੈਨੂੰ ਨਹੀਂ ਹੈਗਾ, ਕਰਕੇ ਦੇਖਦਾ ਮੈਂ ਜਿਹੜੀ ਲੋਕ ਗੱਲ ਚੱਲ ਇੱਕ ਮਿੰਟ ਕਰਦਾ, ਫਿਰ ਵੋਟ ਨਾ ਪਾਉਣੇ ਉਹਨਾਂ ਨੂੰ। ਮੈਂ ਕਿਹਾ ਜੀ ਵੋਟ ਇਹੀ ਤੇ ਪੰਗੇ ਆ, ਇਹੀ ਤੇ ਪੰਗੇ ਉਹਨਾਂ ਦੇ ਸ਼ਾਸਕਾਂ ਦੇ, ਉਹਨਾਂ ਦੀਆਂ ਜਿਹੜੀਆਂ ਸ਼ਾਸਕਾਂ ਨੇ, ਮੈਂ ਨਾਲ ਅੱਖਾਂ 'ਚ ਘੱਟਾ ਪਾ ਕੇ ਚੱਲਦੀਆਂ ਨੇ ਸ਼ਾਸਕਾਂ ਦੀਆਂ। ਮੇਰੀ ਯਾਰ ਗੱਲ ਸੁਣੋ ਯਾਰ ਇੱਕ ਮਿੰਟ, ਮੇਰੀ ਬੇਨਤੀ ਹੈ ਨਹੀਂ ਚਲੋ ਮੈਂ ਨਿੱਜੀ ਨਹੀਂ ਕਰ ਰਿਹਾ, ਪੂਰੇ ਪੈਣ ਤੇ ਖੜੇ ਆ, ਕੋਈ ਡਰਨ ਵਾਲੀ ਗੱਲ ਨਹੀਂ, ਨਾ ਡਰੇ ਆ ਨਾ ਡਰਨਾ, ਸਿਪਾਹੀਆਂ ਤੇ ਰਹਿਣਾ। ਇੱਕ ਹੋਰ ਹੈ ਨਾ ਕੌਮ ਨਾਲ ਮਨਪ੍ਰੀਤ ਆਪਾਂ ਰਿਪੋਰਟ ਤਿਆਰ ਕੀਤੀ, ਤੁਹਾਡੇ ਪਰਸਨਲੀ ਕਰਦੇ ਹੋ ਰਿਪੋਰਟ ਬਾਰੇ ਨਾ ਕਰੋ, ਚੰਗੀ ਗੱਲ ਆ। ਮੈਂ ਕਰਨ ਕੀਤਾ ਨਾ ਕਰੋ। ਚਲੋ ਦੱਸੋ ਤੁਸੀਂ ਸਹਿਮਤ ਸੀਗੇ ਕਿ ਨਹੀਂ ਸੀਗੇ ਉਸ ਰਿਪੋਰਟ ਨਾਲ? ਤੁਸੀਂ ਸਹਿਮਤ ਸੀਗੇ ਕਿ ਨਹੀਂ ਸੀਗੇ? ਤੁਸੀਂ ਵਿੱਚੇ ਸੀ ਬੈਠੇ। ਮੈਂ ਕਿਹਾ ਜੀ ਡਾਕਟਰ ਸੁੱਕੀ ਇੱਕ ਸੈਕਿੰਡ ਤੁਸੀਂ ਹੋਲਡ ਰੱਖਿਓ ਪਲੀਜ਼। ਹਾਂਜੀ ਸਾਹਿਬ, ਪਾਰਟੀ ਦੀ ਮਜ਼ਬੂਤ ਹੋਣਾ ਉਹ ਆਪਾਂ ਸਿਰਫ ਇੰਨਾ ਹੀ ਸੀ, ਪਬਲਿਕਲੀ ਸੀਗਾ, ਤੁਸੀਂ ਕਿਹਾ ਉਹਦਾ ਮੈਂ ਜਵਾਬ ਦੇ ਦਿੱਤਾ, ਤੁਸੀਂ ਕਿਹਾ ਮੈਂ ਨਹੀਂ ਕਿਹਾ। ਗੱਲ ਕਰ ਲੈਂਦੇ ਹੋ, ਗੱਲ ਮਾੜਾ ਸੁਣ ਲਿਆ। ਤੁਸੀਂ ਕਹਿੰਦੇ ਜੇ ਮੈਂ ਪਾਰਟੀ ਦੀ ਮਜ਼ਬੂਤੀ ਵਾਸਤੇ ਕਰਦਾ, ਜਦੋਂ ਤੁਸੀਂ ਬੋਲਦੇ ਜੇ, ਚਾਹੇ ਸੋਸ਼ਲ ਮੀਡੀਆ 'ਚ ਬੋਲਦੇ ਜੇ, ਮੀਡੀਆ 'ਚ ਬੋਲਦੇ ਜੇ, ਜਾਂ ਜੋ ਤੁਸੀਂ ਕਰਦੇ ਜੇ, ਉਸ ਤੋਂ ਬਾਅਦ ਖਬਰਾਂ ਕੀ ਲੱਗਦੀਆਂ, ਇਹ ਪਾਰਟੀ ਨੂੰ ਮਜ਼ਬੂਤ ਕਰਨ ਵਾਲੀਆਂ। ਉਹ ਮੀਡੀਆ ਉਹਦੇ ਪਿੱਛੇ ਗੱਲ ਪੂਰੀ ਕਰ ਲੈਂਦੇ ਹੋ ਨਾ, ਮੈਨੂੰ ਜਵਾਬ ਦੇ ਰਹੇ ਤੁਸੀਂ ਨੋਟ ਕਰ ਲਓ। ਔਰ ਉਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ,
ਇਹ ਤੁਸੀਂ ਨਹੀਂ, ਮੈਂ ਕਿਹਾ ਵੀ ਤੁਸੀਂ ਸ਼ਿਕਾਰ ਹੋ ਰਹੇ ਜੇ। ਮੈਂ ਤੁਹਾਡੀਆਂ ਕੀਤੀਆਂ ਨੇ ਜਾ ਕੇ ਪ੍ਰਧਾਨੀਆਂ ਨੇ ਵੀ ਆਏ ਕਰੋ ਪਾਰਟੀ ਨੂੰ ਬਚਾਈਏ, ਬਸ ਉਹ ਗੱਲਾਂ ਤੇ ਯਾਰ ਪਾਰਟੀ ਲੈਣੇ ਚੱਲਦਾ, ਸਾਡੀ ਡਿਬੇਟ ਨਹੀਂ ਚੱਲਦੀ ਹੁੰਦੀ। ਤੁਸੀਂ ਤੇ ਪਾਰਟੀਆਂ ਤੇ ਕੀਤੇ ਹੀ ਕਰਦੇ ਸੰਘਰਸ਼ ਕੀਤੇ ਆ। ਇੱਕ ਮਿੰਟ ਤੁਸੀਂ ਦੇ ਇੱਕ ਮਿੰਟ ਯਾਰੀ ਸਾਹਿਬ ਤੁਸੀਂ ਹਰੀਆਂ ਚੁਗੀਆਂ ਹਰੀਆਂ ਤੁਸੀਂ ਦੇਖਿਆ ਹੀ ਨਹੀਂ ਵੀ ਪਾਰਟੀਆਂ ਦੇ ਇਹੋ ਜਿਹੇ ਵਕਤ ਵੀ ਆਉਂਦੇ ਆ। ਹਰੀਆਂ ਚੁੱਕ ਕੇ ਨਾ ਕਰੋ ਇਸ ਤਰ੍ਹਾਂ, ਹਰੀਆਂ ਚੁੱਕ ਕੇ ਪੱਟੀ ਨਹੀਂ ਹੁੰਦਾ। ਅਸੀਂ ਸੰਘਰਸ਼ ਕੀਤੇ, ਸੰਘਰਸ਼ ਪਾਰਟੀਆਂ ਤੇ ਸੰਘਰਸ਼ ਕੀਤੇ ਆ। ਮੇਰੇ ਕੋਲੇ ਹਰ ਚੀਜ਼ ਦਾ ਜਵਾਬ ਹੈਗਾ, ਤਾਂ ਕਰੀਏ ਗੱਲਾਂ ਪਰਸਨਲੀ। ਚਲੋ ਜਵਾਬ ਮੇਰੇ ਕੋਲ ਕਿਹੜਾ ਹੈ ਨਹੀਂਗਾ, ਮੇਰੇ ਕੋਲ ਜਵਾਬ ਹੈਗੇ। ਇੱਕ ਗੱਲ ਕਹੀ ਆ ਵੀ ਜਿਹੜਾ ਤੁਸੀਂ ਮੇਰੇ ਕੋਲ ਸਾਰੇ ਜਵਾਬ ਆ ਮਿੱਤਰਾ, ਜਿੱਥੇ ਮਰਜ਼ੀ ਆ ਜੀ, ਜਿਹੜੇ ਮਰਜ਼ੀ ਟੀਮ ਤੇ ਆ ਜੀ। ਯਾਰ ਤਾਂ ਪਖੰਡ ਬਣਾ ਲਿਆ ਕਾਲੀ ਦਲ ਨੂੰ, ਤੁਸੀਂ ਪਖੰਡ ਬਣਾ ਲਿਆ ਕਾਲੀ ਦਲ। ਤੁਸੀਂ ਤਾਂ ਐ ਲੱਗੇ ਜਿਹੜੇ ਪਤਾ ਨਹੀਂ ਕਿਹਦੇ ਮਗਰ ਲੱਗੇ ਜੇ। ਪਿਆਰ ਨਾਲ ਗੱਲ ਕਰ। ਇੱਕ ਮਿੰਟ ਅਯਾਲੀ ਸਾਹਿਬ, ਵਲਟੋਆ ਸਾਹਿਬ, ਮੇਰੀ ਦੋਨਾਂ ਨੂੰ ਇਹ ਰਿਕੁਐਸਟ ਹੈ ਕਿ ਆਪਾਂ ਥੋੜਾ ਮਿਆਰ ਉਹਦਾ ਜਿਹੜਾ ਬਰਕਰਾਰ ਰੱਖੀਏ। ਨਹੀਂ ਉਹਦਾ ਮਿਆਰ ਬਰਕਰਾਰ ਚੰਗਾ ਨਹੀਂ ਲੱਗਦਾ। ਆਪਾਂ ਟੀਵੀ ਸਕਰੀਨ ਤੇ ਬੈਠੇ ਆ ਔਰ ਉਸ ਤਰੀਕੇ ਨਾਲ ਗੱਲਬਾਤ ਕਰ ਰਹੇ ਆ, ਆਪਾਂ ਉਹਨਾਂ ਦਾ ਰਿਐਕਸ਼ਨ ਲਿਆ। ਸਿੱਧੀ ਗੱਲ ਉਹਨਾਂ ਨੇ ਕਹੀ ਹੈ ਕਿ ਇਹ ਹੋਛੀ ਰਾਜਨੀਤੀ ਹੈ, ਅਕਾਲੀ ਦਲ ਨੇ ਹੋਛੀ ਰਾਜਨੀਤੀ ਕੀਤੀ ਹੈ ਕਿ ਬੀਜੇਪੀ ਨੂੰ ਆਪ ਵੋਟ ਪਾਈ ਹੈ ਤੇ ਇਲਜ਼ਾਮ ਸਾਡੇ ਤੇ ਲਾ ਰਹੇ ਆ। ਇਹ ਗੱਲ ਅਯਾਲੀ ਸਾਹਿਬ ਵੱਲੋਂ ਕਹੀ ਗਈ, ਆ ਗੱਲ ਉਹਨਾਂ ਨੇ ਕੀਤੀ ਹੈ। ਆਪਾਂ ਉਸ ਤਰਕ ਨਾਲ ਉਸ ਗੱਲ ਤੇ ਰਹੀਏ। ਆਪਾਂ ਸੱਜੇ ਖੱਬੇ ਹਰ ਇੱਕ ਬੰਦਾ ਰਿਸਪੈਕਟੇਬਲ ਹੈ ਸਾਡੇ ਲਈ। ਹਾਂਜੀ ਬਰਾੜ ਸਾਹਿਬ ਇਹਦੇ ਵਿੱਚੋਂ ਵੋਟ ਪੈਂਦੇ ਆ, ਗੱਲ ਤਾਂ ਪੂਰੀ ਕਰਨ ਦੇ ਨਾ। ਅੱਛਾ ਤੁਸੀਂ ਕਹੋ ਆਪਦੀ ਗੱਲ। ਮੇਰੀ ਬੇਨਤੀ ਇੰਨੀ ਕੁ ਅਯਾਲੀ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਅਯਾਲੀ ਸਾਹਿਬ ਜਦੋਂ ਸਾਡੇ ਵਰਗੇ ਪਾਰਟੀਆਂ ਤੇ ਸੰਘਰਸ਼ ਕਰਦੇ ਰਹੇ ਉਦੋਂ ਤੁਸੀਂ ਹੈ ਨਹੀਂ ਸੀ। ਦੂਜੀ ਗੱਲ, ਤੁਸੀਂ ਚੁਗੀਆਂ ਹਰੀਆਂ ਤੇ ਜੇ ਅੱਜ ਪਾਰਟੀ ਚਲੋ ਉਹਨਾਂ ਨੇ ਸ਼ਾਇਦ ਫੋਨ ਡਿਸਕਨੈਕਟ ਕਰਤਾ। ਚਲੋ ਕਿਉਂਕਿ ਉਹ ਜਦੋਂ ਇੱਕ ਨਾ ਹੋਵੇ ਨਾ ਜੀ, ਉਹ ਕਈ ਵਾਰੀ ਮਾਹੌਲ ਜਿਹੜਾ ਹੈ ਉਹੋ ਜਿਹਾ ਨਹੀਂ ਰਹਿੰਦਾ ਗੱਲਬਾਤ ਵਾਲਾ, ਜੇ ਤਰਕ ਨਾਲ ਗੱਲ ਹੋਵੇ। ਚਲੋ ਤੁਸੀਂ ਵਲਟੋਆ ਸਾਹਿਬ ਬਣੇ ਰਹਿਣਾ, ਮੈਂ ਕਾਫੀ ਦੇਰ ਤੋਂ ਸਰੀਨ ਸਾਹਿਬ ਇੰਤਜ਼ਾਰ ਕਰ ਰਹੇ ਹੈ। ਗੱਲ ਬੀਜੇਪੀ ਦੀ ਹੋ ਰਹੀ ਹੈ, ਸਰੀਨ ਸਾਹਿਬ ਤੋਂ ਜਵਾਬ ਲੈ ਲਈਏ। ਸਰੀਨ ਸਾਹਿਬ ਹੁਣ ਤੁਸੀਂ ਸਾਰੀ ਗੱਲ ਸੁਣ ਲਈ ਨਾ, ਮੈਂ ਬੋਲਿਆ ਔਰ ਤੁਹਾਨੂੰ ਵੀ ਮੈਂ ਹੋਲਡ ਕਰਾ ਕੇ ਰੱਖਿਆ, ਹੁਣ ਤੁਸੀਂ ਇਸ ਗੱਲ ਦਾ ਜਵਾਬ ਦੇ ਦਿਓ। सरीन साहब आवाज मिल पा रही है मेरी? शायद मेरी आवाज नहीं पहुंच पा रही वलटोआ साहब अनिल सरीन होरां नूं। पहला मैं उन्हां तो प्रतिक्रम लिया सी। साडे नाल मनजिंदर सिरसा जुड़ गए ने। सिरसा साहब तुहाडा बहुत जिक्र हो रहा है, वलटोआ साहब जुड़े हुए ने, उन्होंने फिर यह गल कही। मनप्रीत अयाली होरां नूं भी मैं जोड़िया सी पर वो काफ़ी देर उन्होंने रहे ने लाइव, फिर उस तो बाद उन्हां दा फोन डिसकनैक्ट हो गया। सो जिक्र थोड़ा हो रहा और अज प्रैस कॉन्फ्रेंस दे विच भी होया, वलटोआ साहब जुड़े ने। देखो मैं नहीं समझदा कि चंगी गल हैगी आ जी। मैं वलटोआ साहब का सन्मान करदा है, चलो सीनियर आगू आ, असी उस पार्टी च इकट्ठे काम कीता, जिथे इकट्ठे रहे होइए उत्थे कोशिश करनी चाहिए किसी ते निजी गल ना बोलो और कोई अपनी गल्लां आपस अंदर जिहड़ियां होईयां उन्हां ते नहीं कोशिश करनी चाहिए, गुरेज करिए जी। दूजी गल है, देखो जे तुसी पंजाब दे हतेशी जे तुसी पंथ दे हतेशी जे तुसी वो गल्लां करो जिहड़ियां पंथ नूं और पंजाब नूं धोबियां होण। रोज एक ही ख्याल चैप्टर खोल के बह जाते ने, कदी जी सिरसा जी सिरसा ने सानू छड्डता, सिरसा साडी पार्टी जित्ती सी उत्थे। वलटोआ साहब इस गल तो भली भांति जाणू ने कि दिल्ली दे अंदर अकाली दल किवें जित्ती सीगी। जे अकाली दल बादल साहब दे नाम नूं जित रही सी असीं उन्हां दी जरूर फोटो ला के इलैक्शन लड़ना, कोई वोट पाउण नूं तैयार नहीं सीगा। लेकिन मैं उन्हां सारियां गल्लां च नहीं जाना चाहुंदा। मेरा एक क्योंकि मेरा हुण कोई मकसद नहीं हैगा और मैं इस गल जरूर कहना चाहुंदा, मैं ना अयाली साहब नूं अकाली दल छड्डण तो बाद किसी सोशल फंक्शन च भी नहीं मिलिया, वरना मिलन के जरूर मिलूंगा। वलटोआ साहब मिलणगे उन्हां दा भी सन्मान करांगे, लेकिन मैं मिलिया नहीं, ना मैं कभी फोन ते गल कीती। अज मैनूं बड़ा एक दुख होया कि तुसीं हर वेले जिस तरह कोई सर्फ दे अंदर बंदा कपड़े धोंदा है ना, अकाली दल दी लीडरशिप अपने पाप धोण वास्ते रोज इस तरह बीजेपी दा नाम इस्तेमाल करदी है। ते जे बीजेपी एडी माड़ी पार्टी आ ते तुसीं वोटां पाउण क्यों जांदे जी पिछे पिछे? राष्ट्रपति की वोट पाउण तुसीं गए, उप राष्ट्रपति की वोट पाउण तुसीं गए। जे माड़ी पार्टी है तो क्यों जांदे जी? ये भी लोगों को दस दिओ। या तुहाडी सिलैक्टिव एजेंडा है भी जदों ते असीं माड़ा बोलना उदों माड़ा बोलांगे ते जदों सानूं लोड़ पवे असीं पिछे पिछे भी जावांगे। 20 साल तुसीं इकट्ठे रहे,
ਸੱਤਾ ਇੰਜੋਏ ਕੀਤੀ, 2 ਵਾਰ ਮੰਤਰੀ ਬਣੇ, 2 ਐਮਪੀਆਂ ਦੇ ਬਾਵਜੂਦ ਤੁਹਾਨੂੰ ਮੰਤਰੀ ਬਣਾਇਆ, ਚੰਗਾ ਨਹੀਂ ਲੱਗਦਾ। ਬਾਕੀ ਜੇ ਹੁਣ ਸ਼ੁਰੂ ਕਰਨਗੇ, ਜੇ ਖਤਮ ਨਹੀਂ ਕਰਨ ਦੀ ਗੱਲ ਕਰਨਗੇ ਤੇ ਫਿਰ ਲੱਗੇ ਰਹਾਂਗੇ। ਲੇਕਿਨ ਮੈਂ ਸਮਝਦਾ ਨਹੀਂ ਕਿ ਚੰਗੀਆਂ ਗੱਲਾਂ ਨੇ ਇਹਨਾਂ ਕੰਮਾਂ 'ਚ ਨਾ ਪਿਆ ਜਾਵੇ ਤੇ ਚੰਗੀ ਗੱਲ ਆ। ਇਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ, ਅੰਦਰੂਨੀ ਲੀਡਰਾਂ ਦਾ ਨਾਮ ਲੈ ਕੇ ਉਹਨੂੰ ਸੁਲਝਾਉਣ, ਸਾਨੂੰ ਕਿਉਂ ਇਨਵੋਲਵ ਕਰਦੇ ਨੇ। ਬਾਕੀ ਇੱਕ ਗੱਲ ਮੈਂ ਜ਼ਰੂਰ ਕਹਿ ਦੇਣਾ ਚਾਹੁੰਦਾ, ਮਾਨਯੋਗ ਵਿਰਸਾ ਸਿੰਘ ਵਲਟੋਆ ਜੀ ਵੀ ਜਾਣਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕੋਈ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ ਹੈ। ਸੱਚਾਈ ਇਹ ਵੀ ਜਾਣਦੇ ਨੇ, ਪਰ ਮੇਰਾ ਹੁਣ ਇਸ ਪਾਰਟੀ ਨਾਲ ਸਰੋਕਾਰ ਨਹੀਂ, ਇਸ ਕਰਕੇ ਮੈਨੂੰ ਕੋਈ ਬੋਲਣ ਦਾ ਅਧਿਕਾਰ ਵੀ ਨਹੀਂ। ਵਲਟੋਆ ਸਾਹਿਬ ਜਵਾਬ ਦੇ ਦਿਓ ਜੀ। ਦੇਖੋ ਮੈਂ ਕੋਈ ਬੇਨਤੀ ਕਰਾਂ ਜੀ ਕੀ ਕਹਿੰਦੇ ਆ ਵੀ ਜਿਹਦੇ ਨਾਲ ਖਾਧਾ ਹੋਵੇ ਨਾ ਤੇ ਫਿਰ ਉਹਦੇ ਬਾਰੇ ਕੋਈ ਸ਼ਬਦ ਤੁਸੀਂ ਵਰਤੋ। ਤੇ ਦੁਪਹਿਰੇ ਤੁਸੀਂ ਰੋਟੀ ਇਕੱਠੀ ਖਾਧੀ ਹੋਵੇ ਤੇ ਸ਼ਾਮਾਂ ਨੂੰ ਪਤਾ ਲੱਗੇ ਕਿ ਤੁਸੀਂ ਆ ਕੇ ਵਿਰੋਧੀਆਂ ਦੇ ਖੇਮੇ 'ਚ ਚਲੇ ਜੇ ਹਾਂਜੀ, ਫਿਰ ਕਿਸ ਤਰ੍ਹਾਂ ਲੱਗੂਗਾ ਜੀ? ਮੈਨੂੰ ਕਿਸ ਤਰ੍ਹਾਂ ਚੰਗਾ ਲੱਗੂਗਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਵਿਰਸਾ ਸਿੰਘ ਵਲਟੋਹਾ ਉਹ ਹੈ ਜਿਹੜਾ ਕਹਿੰਦਾ ਕਿ ਹਮ ਝੁकेंगे नहीं, आप डराना चाहते हैं, हम झुकेंगे नहीं। तो जाके तो ਹੁਣ ਅੱਗੇ ਕਰਕੇ ਮੇਰੇ ਵਰਗਾ ਜਾ ਕੇ ਪਰਨਾ ਗੱਲ ਚ ਪਾਈ ਜਾਵੇ ਤੇ ਉਪਦੇਸ਼ ਸੁਖਬੀਰ ਸਿੰਘ ਬਾਦਲ ਨੂੰ ਦੇਵੇ, ਯਾਰ ਤੂੰ ਗੱਲ ਤਾਂ ਕਰੀ। ਮੈਂ ਮੇਰਾ ਛੋਟਾ ਵੀਰ ਹੈ ਤਾਂ ਮਨਿੰਦਰ ਬੜੇ ਜਵਾਬ ਦਊਂਗਾ, ਮੈਂ ਵੀ ਸਾਰੇ ਜਵਾਬ ਦੇ ਕੇ ਜਾਊਂਗਾ। ਜੋ ਬੋਲਣਾ ਬੋਲ ਲੋ ਚੰਗੀ ਤਰ੍ਹਾਂ, ਫਿਰ ਜਵਾਬ ਦਊਂਗਾ। ਕੋਈ ਮੇਰੀ ਮੈਂ ਕੜਤਨ ਚ ਨਹੀਂ ਪੈਣਾ ਚਾਹੁੰਦਾ, ਆਪਣੇ ਬੜੇ ਵਧੀਆ ਜਵਾਬ ਲੈ ਕੇ ਜਾਓ ਜੇ ਫੋਨ ਨਾ ਕੱਟਿਓ, ਜੇ ਜਵਾਬ ਲੈ ਕੇ ਮੈਂ ਕਦੀ ਜ਼ਿੰਦਗੀ ਚ ਕੱਟਿਆ ਹੀ ਨਹੀਂ। ਮੇਰਾ ਸੁਭਾਅ ਵੀ ਜਾਣਦੇ ਜੇ, ਮੇਰਾ ਸੁਭਾਅ ਤੋਂ ਹੀ ਜਾਣਦੇ। ਮੈਂ ਨਾ ਤੁਸੀਂ ਆਪਣੀ ਗੱਲ ਕਰੋ, ਆਪਾਂ ਸਿਰਸਾ ਜੀ ਜੁੜੇ ਨੇ, ਕੋਈ ਚੱਕਰ ਆ ਜਾਈਏ। ਜੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਇੰਨਾ ਮਾੜਾ ਸੀ ਹਾਂਜੀ, ਤੇ ਫਿਰ ਪਹਿਲੋਂ ਕਿਉਂ ਨਹੀਂ ਸੀ ਛੱਡਿਆ? ਜਦੋਂ ਸੱਤਾ ਤੇ ਸੀਗੇ ਜੀ, ਉਦੋਂ ਕਿਉਂ ਨਹੀਂ ਛੱਡ ਕੇ ਪਾਸੇ ਚਲੇ ਗਏ? ਹਾਂਜੀ, ਜਦੋਂ ਤੁਸੀਂ ਇੱਥੇ ਆਣ ਕੇ ਪੰਜਾਬ ਦੇ ਵਿੱਚ ਸਰਦਾਰੀਆਂ ਹੰਡਾਈਆਂ ਨੇ, ਤੁਹਾਨੂੰ ਉੱਥੇ ਘਰੋਂ ਚੱਕ ਕੇ ਲਿਆਣ ਕੇ ਕਿੱਥੋਂ ਦੀ ਕਿੱਥੇ ਚਾੜਿਆ ਹਾਂਜੀ, ਕਿਹਦੇ ਪਰਿਵਾਰ ਕਰਕੇ ਚੜੇ ਸੀਗੇ, ਕਿਹਦੀ ਅਗਵਾਈ ਥੱਲੇ ਚੜੇ ਸੀਗੇ, ਕਿਹਦੇ ਨਾਲ ਸਾਂਝ ਕਰਕੇ ਚੜੇ ਸੀਗੇ? ਤੁਸੀਂ ਸੇਵਾ ਵੀ ਕੀਤੀ, ਤੁਸੀਂ ਮਿਹਨਤ ਵੀ ਕੀਤੀ। ਮੈਂ ਵੀ ਤੁਹਾਨੂੰ ਇਸ ਗੱਲੋਂ ਐਪਰੀਸ਼ੀਏਟ ਕਰਦਾ ਰਿਹਾ ਕਿ ਤੁਸੀਂ ਇਨੀਸ਼ੀਏਟਿਵ ਬੜਾ ਲੈਂਦੇ ਜੇ, ਪਰ ਇਹ ਨਹੀਂ ਸੀ ਪਤਾ ਕਿ ਇਨੀਸ਼ੀਏਟਿਵ ਇਸ ਕਰਕੇ ਲੈਂਦੇ ਜੇ ਕਿ ਤੁਹਾਡੀਆਂ ਤਾਂਘਾਂ ਬੜੀਆਂ ਤਾਂ ਦੀਆਂ ਨੇ, ਤੁਹਾਡੀਆਂ ਤਾਂਘਾਂ ਬੜੀਆਂ ਤਾਂ ਦੀਆਂ ਨੇ। ਤੁਸੀਂ ਵਲਟੋਆ ਸਾਹਿਬ, ਸਿਰਸਾ ਸਾਹਿਬ ਬਾਅਦ ਚ ਜੁੜੇ ਨੇ, ਤੁਸੀਂ ਪਹਿਲਾਂ ਇੱਕ ਗੱਲ ਕਹੀ ਕਿ ਅਕਾਲੀ ਦਲ ਦਾ ਕੋਈ ਐਸਾ ਲੀਡਰ ਨਹੀਂ ਜਿਹਨੂੰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਫੋਨ ਨਹੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ। ਨਹੀਂ, ਪਿਛਲੇ ਦਿਨਾਂ ਤੋਂ ਨਹੀਂ, ਇਹ ਬਹੁਤ ਚਿਰ ਦੇ ਲੱਗੇ। ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਨੇ, ਮੈਨੂੰ ਵੀ ਆਇਆ ਸੀਗਾ, ਮੈਨੂੰ ਵੀ ਕਹਿੰਦੇ ਸੀਗੇ ਕਿ ਕਮਲ ਦੇ ਫੁੱਲ ਦੀ ਬੜੀ ਵਧੀਆ ਖੁਸ਼ਬੂ ਆਊਗੀ। ਹਾਂਜੀ, ਲਾ ਲਓ ਕਮਲ ਦਾ ਜਵਾਬ ਲੈ ਲਈ। ਚਲੋ, ਮੈਂ ਕਿਉਂਕਿ ਉਦੋਂ ਜੁੜੇ ਨਹੀਂ ਸੀਗੇ, ਇਸ ਕਰਕੇ ਮੈਂ ਤੁਹਾਨੂੰ ਇਹ ਰਿਪੀਟ ਕੀਤਾ ਸਵਾਲ ਕਿ ਸਿਰਸਾ ਸਾਹਿਬ ਇਸ ਦਾ ਜਵਾਬ ਦੇ ਸਕਣ। ਜੀ ਸਿਰਸਾ ਜੀ। ਪਹਿਲੀ ਗੱਲ ਆ, ਵਲਟੋਆ ਜੀ ਨੇ ਕਿਹਾ ਕਿ ਝੁਕੇਂਗੇ ਨਹੀਂ। ਵਲਟੋਆ ਜੀ ਮੈਂ ਨਹੀਂ ਝੁਕਿਆ, ਤੁਹਾਡੇ ਪ੍ਰਧਾਨ ਸਾਹਿਬ ਝੁਕੇ ਨੇ, ਮੈਂ ਨਹੀਂ ਝੁਕਿਆ। ਮੈਂ ਤੇ ਤਿੰਨੇ ਕਾਨੂੰਨੀ ਬਿੱਲਾਂ ਦੇ ਖਿਲਾਫ ਲੜਿਆ ਹੈ। ਜਿੱਦਣ ਕਾਨੂੰਨ ਤਿੰਨੇ ਵਾਪਸ ਹੋਏ ਨੇ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ 'ਚ ਕਹਿ ਕੇ ਗਿਆ ਹੈ, ਔਰ ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਕਾਨੂੰਨ ਬਣਨ ਵੇਲੇ ਵੀ ਸਿਰ ਝੁਕਾ ਕੇ ਤੇ ਮਰਦਾਨਗੀ ਲੈਣ ਵਾਸਤੇ ਤੇ ਆਪਣੀ ਬਚਾਉਣ ਦੀ ਔਰ ਆਪਣਾ ਮੰਤਰੀ ਪਦ ਬਚਾਉਣ ਵਾਸਤੇ ਉਦੋਂ ਵੀ ਨਾਲ ਖੜੇ ਰਹੇ। ਜਦੋਂ ਲੋਕਾਂ ਨੇ ਤੁਹਾਨੂੰ ਮਜਬੂਰ ਕਰਤਾ, ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਪਿੰਡਾਂ 'ਚ ਤੁਹਾਡਾ ਵੜਨਾ ਬੰਦ ਕਰਤਾ, ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲੱਗ ਪਏ, ਨਾਅਰੇ ਲਾਉਣ ਲੱਗ ਪਏ, ਔਰ ਉਸ ਘਰ ਦੇ ਬਾਹਰ ਜਦੋਂ ਇੱਕ ਮੌਤ ਹੋ ਜਾਂਦੀ ਆ, ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਘਰਾਂ 'ਚੋਂ ਨਿਕਲਣਾ ਤਾਂ ਦੂਰ ਦੀ ਗੱਲ, ਲੋਕ ਵੱਟੇ ਮਾਰਨ ਲੱਗ ਪਏ। ਕਦੀ ਸੁਣਿਆ ਕਿਸੇ ਲੀਡਰ ਨੂੰ ਲੋਕ ਵੱਟੇ ਮਾਰਨ? ਸੜਕਾਂ 'ਤੇ ਲੋਕਾਂ ਨੇ ਤੁਹਾਨੂੰ ਵੱਟੇ ਮਾਰੇ, ਇੱਟੇ ਮਾਰੇ, ਭਜਾਇਆ ਤੁਹਾਨੂੰ। ਫੇਰ ਤੁਸੀਂ ਕਿਹਾ ਅਸੀਂ ਹੁਣ ਕੁਰਬਾਨੀ ਦੇਣ ਲੱਗੇ ਹਾਂ। ਕੁਰਬਾਨੀ ਵੀ ਦੇਖੋ ਕਦੋਂ ਦੇਣ ਲੱਗੇ, ਜਦੋਂ ਲੋਕ ਇੱਟਾਂ ਵੱਟੇ ਮਾਰਨ ਲੱਗ ਪਏ, ਪਰ ਅਸੀਂ ਕੁਰਬਾਨੀ ਦੇਣ ਲੱਗੇ ਹਾਂ। ਇਹ ਤਾਂ ਦੀ ਕੁਰਬਾਨੀ ਸੀ। ਦੂਜੀ ਗੱਲ, ਮੈਨੂੰ ਕੋਈ ਸਰਦਾਰੀਆਂ ਨਹੀਂ ਭੋਗੀਆਂ, ਮੇਰੀ ਕਾਬਲੀਅਤ ਸੀ, ਮੈਨੂੰ ਮੇਰੇ ਕੰਮਾਂ ਕਰਕੇ ਲੈ ਕੇ ਜਾਂਦੇ ਸੀ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ। ਮੈਂ ਕੰਮ ਕਰਨ ਵਾਲਾ ਆਦਮੀ ਸੀਗਾ। ਔਰ ਵਲਟੋਆ ਸਾਹਿਬ, ਮੈਂ ਤੁਹਾਨੂੰ ਕਦੀ ਨਹੀਂ ਕਿਹਾ ਕਿ ਤੁਸੀਂ ਬੀਜੇਪੀ ਜੁਆਇਨ ਕਰੋ। ਤੁਸੀਂ ਆਪਣੇ ਬੱਚਿਆਂ ਦੀ ਸਹੁੰ ਚੁੱਕ ਕੇ ਕਹਿ ਦਿਓ ਸ੍ਰੀ ਦਰਬਾਰ ਸਾਹਿਬ। ਜੇ ਮੈਂ ਤੁਹਾਨੂੰ ਇੱਕ ਵਾਰਾਂ ਵੀ ਕਿਹਾ ਹੋਵੇ, ਮੇਰੀ ਪਾਰਟੀ ਦੀ ਗੱਲ ਕਰਨੀ, ਮੈਂ ਰੋਜ਼ ਟੀਵੀਆਂ ਤੇ ਬੋਲਦਾ ਹੈ। ਮੈਂ ਅੱਜ ਵੀ ਕਹਿੰਦਾ ਪੰਜਾਬ 'ਚ ਅਕਾਲੀ ਦਲ ਦਾ ਵਜੂਦ ਖਤਮ ਆ, ਬੀਜੇਪੀ ਆਊਗੀ, ਇਹਦੇ 'ਚ ਕੀ ਮਾੜੀ ਗੱਲ ਆ? ਮੈਂ ਬੂਥ ਤੇ ਵੀ ਕਹਿੰਦਾ, ਟੀਵੀ ਤੇ ਵੀ ਕਹਿੰਦਾ ਹੈ, ਪਰ ਕਿਆ ਮੈਂ ਤੁਹਾਨੂੰ ਕਦੀ ਕਿਹਾ ਹੈ ਕਿ ਅਕਾਲੀ ਦਲ ਜੁਆਇਨ ਕਰੋ? ਤੁਸੀਂ ਆਪਣੇ ਬੱਚਿਆਂ ਦੀਆਂ ਗੁਰੂ ਸਾਹਿਬ ਦੇ ਵੱਲ ਮੂੰਹ ਕਰਕੇ ਕਹਿ ਦਿਓ ਮੈਂ ਮੰਨ ਜਾਵਾਂ ਇਸ ਗੱਲ ਨੂੰ। ਔਰ ਤੀਜੀ ਗੱਲ ਜਿਹੜੀ ਤੁਸੀਂ ਗੱਲ ਕਹੀ ਕਿ ਮਨਜਿੰਦਰ ਸਿੰਘ ਸਿਰਸੇ ਨੂੰ ਬਾਦਲ ਪਰਿਵਾਰ ਕੋਈ ਨਹੀਂ, ਚੇਤਾ ਰੱਖਣਾ, ਯਾਦ ਰੱਖੋ, ਤਾਂ ਹੀ ਯਾਦਾਸ਼ਤ ਮੇਰੀ ਯਾਦਾਸ਼ਤ ਨਹੀਂ ਹੈਗੀ। ਮੈਂ ਵਲਟੋਆ ਸਾਹਿਬ, ਤੁਸੀਂ ਕਿਹਾ ਕਿ ਨਾਲ ਬਹਿਣ, ਮੈਂ ਤੇ ਕਿਉਂ ਨਾਲ ਬਹਿਣ ਕਰਕੇ ਬੋਲਣਾ ਨਹੀਂ ਚਾਹੁੰਦਾ, ਪਰ ਤੁਸੀਂ ਲੋਕ ਮਜਬੂਰ ਕਰਦੇ ਜੀ। ਗੱਲ ਇਹ ਆ, ਮੈਂ ਅਜੇ ਵੀ ਇੱਥੇ ਫੁੱਲ ਸਟਾਪ ਲਾ ਦਿੰਦਾ ਹੈ, ਕਿਉਂਕਿ ਜਦੋਂ ਤੁਹਾਨੂੰ ਵੀ ਪਤਾ ਕਿ ਅਸੀਂ ਆਪਸ 'ਚ ਕੀ ਗੱਲਾਂ ਕੀਤੀਆਂ ਨੇ, ਜੇ ਅਸੀਂ ਉਸ ਪਾਸੇ ਤੁਰ ਪਵਾਂਗੇ ਤਾਂ ਐਵੇਂ ਗੰਦ ਪਾਉਣ ਵਾਲਾ ਕੰਮ ਹੋਊਗਾ। ਮੈਂ ਇਹ ਕਹਿਣਾ ਚਾਹੁੰਦਾ ਹੈ
ਨਾ ਮੇਰੇ ਕਹੀ ਯਾਲੀ ਜੀ ਨਾਲ ਗੱਲ ਹੋਈ ਤੇ ਨਾ ਮੈਂ ਕਿਹਾ। ਪਰ ਜੇ ਮੈਂ ਤੁਹਾਨੂੰ ਪਾਰਟੀ ਜੁਆਇਨ ਕਰਨ ਵਾਸਤੇ ਬੀਜੇਪੀ ਕਿਹਾ ਸੀ, ਤੁਸੀਂ ਜ਼ਰੂਰ ਆਪਣੇ ਤੇ ਜਵਾਬ ਦੇ ਦਿਓ। ਮੈਨੂੰ ਸਿਰਫ ਨੇ ਕਿਹਾ ਸੀ ਵੀ ਆ ਕੇ ਪਾਰਟੀ ਜੁਆਇਨ ਕਰਨਾ, ਨਾ ਤੁਹਾਨੂੰ ਜੁਆਇਨ ਕਰਾਉਣਾ ਚਾਹੀਏ। ਮੈਂ ਤੁਹਾਨੂੰ ਹੋਰ ਵੀ ਦੱਸਦਾ, ਜੇ ਕਹੋ ਤਾਂ ਵੀ ਨਹੀਂ, ਤੁਸੀਂ ਵੀ ਕਹੋ ਤਾਂ ਵੀ ਨਹੀਂ ਹੋ ਸਕਦੀ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਹਾਡੇ ਘਰ ਦੇ ਕੱਪੜੇ ਨੇ ਘਰ ਬੈਠ ਕੇ ਧੋ, ਨਾ ਬਾਜ਼ਾਰ 'ਚ ਆਪਣਾ ਜਲੂਸ ਕੱਢੋ। ਸੱਚਾਈ ਤੁਹਾਨੂੰ ਵੀ ਪਤਾ ਹੈ ਤੇ ਸੱਚਾਈ ਮੈਨੂੰ ਵੀ ਪਤਾ ਹੈ। ਅੱਛੀ ਗੱਲ ਇਹ ਆ ਕਿ ਬਜਾਏ ਆਪਣੇ ਅੰਦਰ ਦੀਆਂ ਗੱਲਾਂ ਆਪ ਕਰ ਲਓ, ਨਾ ਲੋਕਾਂ ਵਿੱਚ ਇਨਵੋਲਵ ਕਰੋ ਤੇ ਨਾ ਲੋਕਾਂ ਤੋਂ ਗੱਲਾਂ। ਚਲੋ ਗੱਲ ਆ ਸਿਰਸਾ ਸਾਹਿਬ, ਤੁਹਾਡੀਆਂ ਪੱਟੀਆਂ ਪੜਾਈਆਂ ਸੱਜਣਾ ਦੇ ਕੰਮ ਆ ਰਹੀਆਂ ਨੇ। ਪੜਾਈ ਚੱਲੋ, ਕਰੀ ਚੱਲੋ, ਇਸ ਕੰਮ 'ਚ ਬੜੇ ਤੁਸੀਂ ਮਾਰ ਜੇ। ਰਹਿ ਗਈ ਗੱਲ ਕਿਹਦੀ ਗੱਲ ਕਰ ਰਹੇ ਹੋ ਬਲਟੋਆ ਸਾਹਿਬ, ਕਿਹਦੀ ਗੱਲ ਕਰ ਰਹੇ ਹੋ? ਮੈਂ ਸਿਰਸਾ ਸਾਹਿਬ ਦੀ ਗੱਲ ਕਰਦਾ ਆ, ਜਿਹੜੇ ਪੱਟੀਆਂ ਪੜਾਉਂਦੇ ਨੇ। ਕਿਹਨੂੰ ਪੱਟੀਆਂ ਪੜਾਈਆਂ? ਕਿਹਨੂੰ ਪੜਾਈਆਂ? ਇਹਨਾਂ ਪੜਾਈਆਂ ਕਿਹਨੂੰ ਨਹੀਂ ਆ? ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦੇ ਜਿੰਦ ਜਾਨ ਲਾ ਦੂੰ, ਤੇ ਸਵੇਰੇ ਦੁਪਹਿਰ ਦੀ ਰੋਟੀ ਪ੍ਰਧਾਨ ਨਾਲ ਖਾਂਦੇ ਆ ਤੇ ਪ੍ਰਧਾਨ ਨੂੰ ਪਤਾ ਹੀ ਨਹੀਂ ਤੇ ਜਾ ਕੇ ਪੌੜੀਆਂ ਚੜ ਜਾਂਦੇ ਨੇ। ਚਲੋ ਜਿੱਥੇ ਗਏ ਨੇ ਇਹਨਾਂ ਨੂੰ ਮੁਬਾਰਕ। ਮੈਂ ਨਹੀਂ ਕਹਿੰਦਾ ਇਹਨਾਂ ਦੀ ਐਂਬੀਸ਼ਨ ਸੀਗੀਆਂ, ਇਹਨਾਂ ਦੀ ਐਂਬੀਸ਼ਨ ਸੀਗੀਆਂ, ਇਹਨਾਂ ਦੀ ਇੱਛਾਵਾਂ ਸੀਗੀਆਂ। ਇਹਨਾਂ ਨੂੰ ਕੋਈ ਅਕਾਲੀ ਦਲ ਦੇ ਨਾਲ ਲੈਣ ਦੇਣ ਨਹੀਂ ਸੀਗਾ, ਨਾ ਇਹਨਾਂ ਨੂੰ ਕੌਮ ਨਾਲ ਲੈਣ ਦੇਣ ਸੀਗਾ। ਇਹਨਾਂ ਨੂੰ ਇੱਕੋ ਇੱਕ ਸੀਗਾ ਕਿ ਮੈਂ ਜਿਹੜੀ ਪੋਲਿਟਿਕਸ ਆ ਦਿੱਲੀ ਦੀ, ਉਹਦੇ 'ਚ ਕਿਵੇਂ ਅੱਗੇ ਵਧਣਾ ਆ, ਕਿਸ ਤਰ੍ਹਾਂ ਮੈਂ ਕਰਨਾ ਹੈ। ਇਹਨਾਂ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ। ਫਿਰ ਸੁਖਬੀਰ ਜੀ ਨੂੰ ਕਿਵੇਂ ਸੀਗਾ ਬਲਟੋਆ ਸਾਹਿਬ, ਜੇ ਤੁਸੀਂ ਇਹ ਕਹਿ ਰਹੇ ਦੱਸ ਦਿਓ ਸੁਖਬੀਰ ਜੀ ਨੂੰ ਕਿਵੇਂ ਸੀ? ਜੇਲ੍ਹਾਂ 'ਚ ਸਾਰੇ ਸਿੱਖ ਆਪ ਪਾਏ ਨੇ, ਫਿਰ ਸੁਖਬੀਰ ਜੀ ਨੂੰ ਸਿੱਖ ਪੋਲਿਟਿਕਸ ਨਾਲ ਕਿਵੇਂ ਦੇਣ? ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਸਾਨੂੰ ਕਰਨ ਵੀ ਨਹੀਂ ਦਿੰਦੇ ਸੀਗੇ। ਫਿਰ ਜੇ ਤੁਸੀਂ ਕਹੋਗੇ ਮੈਨੂੰ ਬੋਲਣਾ ਹੀ ਪਊ ਨਾ, ਜਦੋਂ ਆਪਾਂ ਗੱਲ ਕਰਦੇ ਕਰਨ ਕਿੱਥੇ ਦਿੰਦੇ ਸੀ? ਤੁਸੀਂ ਵੀ ਮੇਰੇ ਨਾਲ ਹੀ ਹੁੰਦੇ ਸੀਗੇ, ਤਾਂ ਤੇ ਤੁਸੀਂ ਵੀ ਸਿੱਖੀ ਦੀ ਗੱਲ ਕਰਦੇ ਸੀ, ਤੁਹਾਡਾ ਵੀ ਨਹੀਂ ਮੂੰਹ ਖੁੱਲਣ ਦਿੰਦੇ ਸੀਗੇ। ਜਦੋਂ ਆਪਾਂ ਆਨੰਦ ਮੈਰਿਜ ਐਕਟ ਪਾਸ ਕਰਾਉਣ ਗਏ, ਤੁਸੀਂ ਮੇਰੇ ਨਾਲ ਹੀ ਸੀ, ਸਾਡੀ ਗੱਲ ਸੁਣ ਦਿੱਤੀ ਸੀ ਕਿਸੇ ਨੇ? ਉਹ ਐਡਵੋਕੇਟ ਜਨਰਲ ਅੱਜ ਵੀ ਹੈਗਾ। ਮੈਂ ਫਿਰ ਉਹੀ ਗੱਲ ਕਹਿਣਾ ਤਾਂ ਨਹੀਂ ਚਾਹੁੰਦਾ ਸਾਂ, ਤੁਹਾਨੂੰ ਕਿਹੜਾ ਕੋਈ ਸਿੱਖੀ ਦੀ ਗੱਲ ਉਸੇ ਕਰਨ ਦਿੰਦਾ ਸੀ? ਤਾਂ ਤੇ ਭਜਾ ਦਿੰਦੇ ਸੀ, ਕਹਿੰਦੇ ਵਿਰਸਾ ਸਿੰਘ ਬਲਟੋਆ ਆ ਗਿਆ, ਇਹ ਖਾੜਕੂ ਆ ਗਿਆ, ਇਹਨੂੰ ਬਾਹਰ ਕੱਢੋ। ਕੌਣ ਸਿੱਖੀ ਦੀ ਗੱਲ ਤੁਹਾਨੂੰ ਮੈਨੂੰ ਕਰਨ ਦਿੰਦਾ ਸੀਗਾ? ਪੰਥ ਦੀ ਗੱਲਾਂ ਕਰਨ ਕੌਣ ਦਿੰਦਾ ਸੀਗਾ? ਮੇਰੀ ਬੇਨਤੀ ਆ, ਦੇਖੋ ਜੇ ਤਾਂ ਆਪਾਂ ਬੋਲਣਾ ਸੱਚ ਬੋਲੀਏ। ਮੈਂ ਤੁਹਾਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਤੁਹਾਡਾ ਬੜਾ ਸਨਮਾਨ ਕਰਦਾ ਰਿਹਾ, ਗੋਡੀਆਂ ਹੱਥ ਲਾ ਕੇ ਗੱਲ ਕਰਦਾ ਰਿਹਾ। ਮੈਂ ਨਾ ਤੁਹਾਡੇ, ਕਿਉਂਕਿ ਤੁਸੀਂ ਮੇਰੀ ਰਾਜਨੀਤਿਕ ਕਰੀਅਰ ਦੇ ਅੰਦਰ ਤੁਹਾਡਾ ਵੀ ਬੜਾ ਵੱਡਾ ਰੋਲ ਆ। ਤੁਸੀਂ ਮੇਰੇ ਪਿੱਛੇ ਜਾ ਕੇ ਡਾਂਗਾ ਸੋਟੇ ਖਾਦੇ ਵੀ ਤੇ ਮਾਰੇ ਵੀ। ਮੈਂ ਦੇਖੋ ਨਹੀਂ ਬੋਲਣਾ ਚਾਹੁੰਦਾ, ਮੇਰੀ ਹੱਥ ਜੋੜ ਕੇ ਬੇਨਤੀ ਆ, ਕੋਈ ਐਸਾ ਝੂਠਾ ਇਲਜ਼ਾਮ ਨਾ ਲਾਓ। ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਦਾ, ਮੇਰਾ ਜਦੋਂ ਜਿਸ ਕੰਮ ਦਾ ਵਾਸਤਾ ਨਹੀਂ, ਕਿਉਂ ਮੈਨੂੰ ਉਸ ਕੰਮ 'ਚ ਉਲਝਾਉਣਾ ਚਾਹੁੰਦੇ ਜੇ? ਨਾ ਮੈਂ ਤੁਹਾਡੀ ਇਸ ਪਾਰਟੀ ਦੇ ਕੁਝ ਰਿਆਸਤ ਚੋਂ ਲੈਣਾ ਹੈ, ਨਾ ਮੇਰਾ ਵਾਸਤਾ। ਹਾਂ, ਮੈਂ ਪਾਰਟੀ ਬੀਜੇਪੀ ਵਾਸਤੇ ਆ, ਮੈਂ ਕੰਮ ਕਰੂੰਗਾ, ਜ਼ਮੀਨ ਤੋਂ ਲੈ ਕੇ ਅਸਮਾਨ ਹਰ ਵੇਲੇ ਕਰੂੰਗਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਜਿਹੜੀਆਂ ਅਸੀਂ ਗੱਲਾਂ ਛੋਟੀਆਂ ਕਰਦੇ ਹਾਂ, ਦੂਜੇ ਬੰਦੇ ਨੂੰ ਰੋਣਾ ਆਉਂਦਾ, ਗੁੱਸਾ ਆਉਂਦਾ, ਨਾ ਪਲੀਜ਼। ਤੇ ਇਸ ਕਰਕੇ ਜਿੰਨਾ ਮਰਜ਼ੀ ਬੋਲੋ। ਹਾਂਜੀ ਬਲਟੋਆ ਸਾਹਿਬ, ਬਰਾੜ ਸਾਹਿਬ ਜੀ।